ਵਾਹਿਗੁਰੂ ਜੀ। ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸਮ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਿਗੋਬਿੰਦ ਬਾਕ ਬਖਾਨੇ, ਗੁਰ ਦਰੋਹੀ ਜੇਤਕ ਜਗ ਜਾਣੇ। ਭੂਤ ਭਵਿਖਤ ਜੇ ਅਬ ਅਹੈ, ਕਿਉ ਨ ਕਹੋ ਅਗ ਕੋ ਫਲ ਲਹੈ। ਸ੍ਰੀ ਹਰਿਗੋਬਿੰਦ ਬਾਕ ਬਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਦਾਨ ਜਗਤ ਗੁਰੂ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਕਿਰਪਾ ਹੋਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਨ ਦਾ ਮੌਕਾ ਸਤਿਗੁਰਾਂ ਦੀ ਦਇਆ ਮਾਇਆ ਦੇ ਨਾਲ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਅਸਥਾਨ ਦੇ ਉੱਤੇ ਦਿਨ ਦੇ ਤੀਜੇ ਪਹਿਰ ਦੇ ਦੀਵਾਨ ਸੱਜੇ ਹਨ। ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਸਾਧ ਸੰਗਤ ਜੀ ਗੁਰੂ ਸਵਾਰੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਅੱਜ ਬੜਾ ਭਾਗਾਂ ਵਾਲਾ ਦਿਨ ਹੈ। ਅੱਜ ਦੇ ਦਿਨ ਸਾਡੇ 7ਵੇਂ ਪਾਤਸ਼ਾਹ
ਸਪਤਮ ਮਹਿਲ ਅਗਮ ਹਰ ਰਾਇਆ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਹੈ। ਬਹੁਤ ਵੱਡੀ ਖੁਸ਼ੀ ਗੁਰੂ ਘਰ ਦੇ ਵਿੱਚ ਅੱਜ ਦੇ ਦਿਨ ਸੰਗਤਾਂ ਮਨਾ ਰਹੀਆਂ ਹਨ। ਸਵੇਰ ਦੀ ਕਥਾ ਦੌਰਾਨ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਵੀ ਸਤਿਗੁਰਾਂ ਦਾ ਜੀਵਨ ਬਿਰਤਾਂਤ ਆਪ ਸਭ ਸੰਗਤਾਂ ਨੂੰ ਸਰਵਣ ਕਰਵਾਇਆ ਸੀ। ਕਿਵੇਂ ਛੋਟੀ ਉਮਰ ਵਿੱਚ ਮਹਾਰਾਜ ਜੀ ਨੇ ਗੁਰਤਾ ਗੱਦੀ ਉੱਤੇ ਛੱਡਣਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਲੱਗਦੇ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਤੇ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਉਮਰ ਛੋਟੀ ਤੇ ਪਦਵੀ ਬਹੁਤ ਵੱਡੀ ਸੱਚੇ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਜੀ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦਾ ਸਾਧ ਸੰਗਤ ਜੀ ਅਵਤਾਰ ਹੋਇਆ ਤੇ ਗੁਰਮੁਖ ਪਿਆਰੇ ਦੱਸਦੇ ਆ ਵੀ ਛੇਵੇਂ ਪਾਤਸ਼ਾਹ ਨੇ ਵਚਨ ਕੀਤਾ ਸੀ, ਵੱਡੀ ਵਸਤੂ ਦਾ ਗਾਹਕ ਆਇਆ ਹੈ, ਵੱਡੀ ਵਸਤੂ ਲੈਣ ਵਾਲਾ ਆਇਆ। ਉਹ ਵੱਡੀ ਵਸਤੂ ਕਿਹੜੀ ਹੈ? ਉਹ ਵੱਡੀ ਵਸਤੂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ। ਬੜੀ ਕਥਾ ਸਤਿਗੁਰਾਂ ਦੀ ਇਤਿਹਾਸ ਵਿੱਚ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਂਦੀ ਹੈ। ਕਈ ਸਾਖੀਆਂ, ਕਈ ਪ੍ਰਸੰਗ ਇਹੋ ਜਿਹੇ ਆ ਜਿਹੜੇ ਲਿਖਤੀ ਰੂਪ ਵਿੱਚ ਨਹੀਂ ਮਿਲਦੇ, ਪਰ ਅਸਥਾਨਾਂ 'ਤੇ ਜਾ ਕੇ ਫਿਰ ਪਤਾ ਲੱਗਦਾ ਹੈ ਵੀ ਇਹ ਵੀ ਅਸਥਾਨ ਸਤਿਗੁਰਾਂ ਦੇ ਹਨ। ਮੋਹਾਲੀ ਦੇ ਇਲਾਕੇ ਵਿੱਚ ਇੱਕ ਸਿੱਖ ਰਹਿੰਦਾ ਸੀ। ਉਸ ਸਿੱਖ ਦਾ ਨਾਮ ਸੀ ਭਾਈ ਕੁਰਮ ਜੀ। ਭਾਈ ਕੁਰਮ ਜੀ ਇੱਥੇ ਅੰਮ੍ਰਿਤਸਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਸਤਿਗੁਰਾਂ ਦੇ ਦਰਸ਼ਨ ਕਰਕੇ ਬੈਠ ਕੇ ਦੀਵਾਨ ਲੱਗਾ ਤੇ ਕਾਬਲ ਦੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਆਈ ਜੀ। ਕਾਬਲ ਦੀਆਂ ਸੰਗਤਾਂ ਨੇ ਸਤਿਗੁਰਾਂ ਨੂੰ ਅੰਬ ਭੇਟਾ ਕੀਤੇ ਜੀ। ਅੰਬ ਮਹਾਰਾਜ ਉਸੇ ਵੇਲੇ ਅੰਬ ਵਰਤਾ ਦਿੱਤੇ ਸਾਰੇ ਜੀ। ਇੱਕ ਅੰਬ ਭਾਈ ਕੁਰਮ ਜੀ ਨੂੰ ਵੀ ਮਿਲ ਗਿਆ ਜੀ। ਤੇ ਭਾਈ ਕੁਰਮ ਜੀ ਸੋਚਦੇ ਵੀ ਸਾਡੇ ਇਲਾਕੇ ਵਿੱਚ ਅੰਬ ਬੜੇ ਹੁੰਦੇ ਤੇ ਮੇਰਾ ਤੇ ਬਾਗ ਹੈ ਅੰਬਾਂ ਦਾ, ਤੇ ਮੈਂ ਮਹਾਰਾਜ ਨੂੰ ਅੰਬ ਭੇਟਾ ਕਰਨੇ ਸੀਗੇ। ਪਿਆਰ ਸੀ ਮਨ ਵਿੱਚ ਆਇਆ ਵੀ ਮੈਨੂੰ ਵੀ ਅੰਬ ਭੇਟਾ ਕਰਨੇ ਚਾਹੀਦੇ ਸੀ। ਚਲੋ ਅਗਲੀ ਵਾਰੀ ਆਵਾਂਗਾ ਤੇ ਅੰਬ ਲੈ ਕੇ ਆਵਾਂਗਾ, ਪਰ ਹੁਣ ਵੀ ਭੇਟਾ ਕਰਾਂ। ਸਾਧ ਸੰਗਤ ਜੀ, ਜਿਹੜਾ ਅੰਬ ਸਤਿਗੁਰਾਂ ਨੇ ਦਿੱਤਾ ਨਾ, ਉਹ ਅੰਬ ਭਾਈ ਕੁਰਮ ਜੀ ਨੇ ਸਾਂਭ ਕੇ ਰੱਖ ਲਿਆ। ਅਗਲੇ ਦਿਨ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਉਸ ਅੰਬ ਨੂੰ ਵੀ ਇਸ਼ਨਾਨ ਕਰਾਇਆ ਜੀ। ਜਦੋਂ ਉਸ ਅੰਬ ਨੂੰ ਇਸ਼ਨਾਨ ਕਰਾਇਆ ਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਅੰਬ ਸਤਿਗੁਰਾਂ ਦੇ ਅੱਗੇ ਰੱਖਿਆ, ਮਹਾਰਾਜ ਨੂੰ ਭੇਟਾ ਦਿੱਤੀ। ਮਹਾਰਾਜ ਕਹਿਣ ਲੱਗੇ, ਭਾਈ ਕੁਰਮ, ਇਹ ਤੇ ਅਸੀਂ ਤੈਨੂੰ ਦਿੱਤਾ ਸੀਗਾ, ਸਾਡੀ ਭੇਟਾ ਸਾਨੂੰ ਦੇਈ ਜਾਂਦਾ। ਮਹਾਰਾਜ ਕਹਿਣ ਲੱਗੇ, ਇਹ ਤੇ ਪ੍ਰਸ਼ਾਦ ਰੂਪ 'ਚ ਤੈਨੂੰ ਅੰਬ ਦਿੱਤਾ ਸੀ। ਭਾਈ ਕੁਰਮ ਜੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਅੰਬਾਂ ਦਾ ਬਾਗ ਹੈ ਤੇ ਮੇਰੇ ਮਨ ਵਿੱਚ ਆਇਆ ਕੱਲ੍ਹ ਦੀ ਸੰਗਤਾਂ ਦੀ ਸ਼ਰਧਾ ਵੇਖ ਕੇ ਵੀ ਮੈਂ ਵੀ ਅੰਬ ਭੇਟਾ ਕਰਾਂ। ਮਹਾਰਾਜ ਕਹਿੰਦੇ, ਕੋਈ ਨਹੀਂ ਭਾਈ ਕੁਰਮ, ਇਹ ਅੰਬ ਤੂੰ ਛਕ ਲਾ ਤੇ 7ਵੇਂ ਜਾਮੇ ਵਿੱਚ ਆਵਾਂਗੇ ਤੇ ਆਪ ਆ ਕੇ ਅੰਬ ਛਕਾਂਗੇ। 7ਵੇਂ ਜਾਮੇ 'ਚ ਜਦੋਂ ਆਵਾਂਗੇ। ਭਾਈ ਕੁਰਮ ਜੀ ਕਹਿੰਦੇ, ਮਹਾਰਾਜ ਮੇਰੀ ਇੰਨੀ ਲੰਮੀ ਉਮਰ ਹੋਏਗੀ? ਸਤਿਗੁਰੂ ਕਹਿੰਦੇ, ਭਾਈ ਕੁਰਮ ਜੀ 7 ਵਚਨ ਕਰੋ।
ਫਿਰ ਸਤਵਾਂ ਜਾਮਾ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ ਜੀ। ਮਹਾਰਾਜ ਉਸ ਇਲਾਕੇ ਵਿੱਚ ਵਿਚਰ ਰਹੇ ਸੀ ਤੇ ਪੋਹ ਦੇ ਦਿਨ ਜੀ, ਪੋਹ ਦਾ ਮਹੀਨਾ ਜੀ, ਤੇ ਭਾਈ ਕੁਰਮ ਜੀ ਆਪਣੇ ਬਾਗ ਵਿੱਚ ਆਰਾਮ ਕਰ ਰਹੇ ਸੀਗੇ ਜੀ। ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ, ਅੰਬ ਗਰਮੀਆਂ ਦੇ ਸਮੇਂ ਵਿੱਚ ਆਉਂਦੇ ਆ, ਠੰਡ 'ਚ ਨਹੀਂ ਆਉਂਦੇ ਜੀ। ਹੁਣ ਪੋਹ ਦਾ ਮਹੀਨਾ, ਤੇ ਪੋਹ ਦੇ ਮਹੀਨੇ ਅੰਬ ਕਿੱਥੋਂ ਆਉਣੇ ਆ? ਮਹਾਰਾਜ ਪੋਹ ਦੇ ਮਹੀਨੇ ਭਾਈ ਕੁਰਮ ਜੀ ਦੇ ਬਾਗ ਵਿੱਚ ਪਹੁੰਚੇ ਤੇ ਆਵਾਜ਼ ਮਾਰੀ, ਭਾਈ ਕੁਰਮੇ ਉੱਠ। ਭਾਈ ਕੁਰਮ ਜੀ ਜਦੋਂ ਉੱਠੇ ਤੇ ਇੱਕਦਮ ਹੈਰਾਨ ਹੋ ਗਏ। ਕਿਉਂ? ਯਕੀਨ ਨਹੀਂ ਹੁੰਦਾ ਵੀ ਸਤਵੇਂ ਪਾਤਸ਼ਾਹ ਮੇਰੇ ਬਾਗ 'ਚ ਆਏ ਆ। ਮਹਾਰਾਜ ਕਹਿਣ ਲੱਗੇ, ਭਾਈ ਕੁਰਮ ਲਿਆ ਸਾਨੂੰ ਅੰਬ ਛਕਾ। ਭਾਈ ਕੁਰਮ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਬੜੀ ਸਹਿਜੇ ਜੇ, ਬੜੇ ਧੀਰਜ ਨਾਲ ਬੇਨਤੀ ਕੀਤੀ, ਮਹਾਰਾਜ ਇਹ ਪੋਹ ਦਾ ਮਹੀਨਾ, ਤੇ ਪੋਹ ਦੇ ਮਹੀਨੇ ਅੰਬ ਕਿੱਥੋਂ ਆਉਣਗੇ? ਮਹਾਰਾਜ ਕਹਿੰਦੇ, ਭਾਈ ਕੁਰਮ ਉੱਪਰ ਤੇ ਵੇਖ। ਜਿਸ ਰੁੱਖ ਦੇ ਹੇਠਾਂ ਸਤਿਗੁਰੂ ਖਲੋਤੇ ਸੀ ਨਾ ਜੀ, ਜਦੋਂ ਭਾਈ ਕੁਰਮ ਜੀ ਨੇ ਉੱਪਰ ਵੇਖਿਆ ਤਾਂ ਅੰਬਾਂ ਦੇ ਨਾਲ ਲੱਦਿਆ ਪਿਆ ਸੀਗਾ ਜੀ। ਪੋਹ ਦੇ ਮਹੀਨੇ 'ਚ ਉਹਨੂੰ ਅੰਬ ਲੱਗ ਗਏ। ਸਤਿਗੁਰਾਂ ਨੂੰ ਵੀ ਅੰਬ ਛਕਾਏ ਤੇ ਸਾਰੀ ਸੰਗਤ ਨੂੰ ਅੰਬ ਛਕਾਏ। ਤੇ ਸਾਧ ਸੰਗਤ ਜੀ, ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਅੰਬ ਸਾਹਿਬ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਗੁਰੂ ਘਰ ਦਾ ਪ੍ਰਬੰਧ ਕਰਦੀ ਹੈ, ਸੇਵਾ ਸੰਭਾਲ ਕਰਦੀ ਹੈ। ਮੋਹਾਲੀ ਦੇ ਵਿੱਚ ਉਹ ਅਸਥਾਨ ਹੈ। ਸਤਿਗੁਰਾਂ ਦਾ ਗੁਰਪੁਰਬ ਉੱਥੇ ਮਨਾਇਆ ਜਾ ਰਿਹਾ ਅੱਜ। ਅੰਬ ਕੀ ਚੀਜ਼ ਹੁੰਦੀ ਹੈ ਜੀ? ਇੱਕ ਜੇ ਆਪਾਂ ਵੇਖੀਏ ਏਡੇ ਵੱਡੇ ਸਤਿਗੁਰੂ, ਅੰਬ ਕੀ ਚੀਜ਼ ਹੈਗੀ ਜੀ? ਇੱਕ ਅੰਬ ਤੇ ਕੁਝ ਵੀ ਨਹੀਂ ਹੁੰਦਾ ਜੀ, ਨਿਗੁਣਾ ਜਿਹਾ ਆਪਾਂ ਮੰਨਦੇ ਹਾਂ। ਜਿੱਥੇ ਪਿਆਰ ਆ ਜੇ ਨਾ ਗੁਰਮੁਖੋ, ਉੱਥੇ ਅੰਬ ਵੀ ਬੜੀ ਚੀਜ਼ ਬਣ ਜਾਂਦੀ ਹੈ। ਗੱਲ ਤਾਂ ਪਿਆਰ ਦੀ ਹੈ। ਸਤਿਗੁਰੂ ਤਾਂ ਪ੍ਰੇਮ ਦੇ ਭੁੱਖੇ ਆ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਸਾਖੀ ਆਉਂਦੀ ਹੈ, ਕਿਉਂਕਿ ਅੱਜ ਮਹਾਰਾਜ ਦਾ ਗੁਰਪੁਰਬ ਹੈ ਨਾ, ਤੇ ਸਤਿਗੁਰਾਂ ਦੇ ਗੁਣ ਗਾਉਣ ਵਾਲਾ ਦਿਨ ਹੈ। ਮਹਾਰਾਜ ਭਰ ਜਵਾਨੀ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਵਿਚਰਦੇ, 21 ਕੁ ਸਾਲਾਂ ਦੀ ਮਹਾਰਾਜ ਦੀ ਉਮਰ, ਤੇ ਗੁਰੂ ਹਰਿਰਾਏ ਸਾਹਿਬ ਜੀ ਸੁੰਦਰ ਬਹੁਤ ਨੇ ਸਾਧ ਸੰਗਤ ਜੀ। ਮਹਾਰਾਜ ਘੋੜੇ ਤੇ ਵਿਚਰਦੇ, ਸ਼ਿਕਾਰ ਖੇਡਦੇ, ਤੇ ਕੀਰਤਪੁਰ ਸਾਹਿਬ ਵਿੱਚ ਇੱਕ ਮਾਤਾ ਰਹਿੰਦੀ ਹੈ ਜਿਹਦਾ ਨਾਮ ਸੀ ਤਾਬੋ। ਵਿਦਵਾਨ ਉਹਦਾ ਨਾਮ ਲਿਖਦੇ। ਮਾਤਾ ਨੇ ਮਹਾਰਾਜ ਦੇ ਦਰਸ਼ਨ ਕਰਕੇ ਫੁਰਨਾ ਬਣਾਇਆ ਵੀ ਜੇ ਕਿਤੇ ਮੇਰਾ ਵੀ ਇਹੋ ਜਿਹਾ ਪੁੱਤ ਹੁੰਦਾ ਤੇ ਮੈਂ ਵੀ ਆਪਣੇ ਪੁੱਤ ਨੂੰ ਪਿਆਰ ਨਾਲ ਪ੍ਰਸ਼ਾਦਾ ਛਕਾਉਂਦੀ। ਫਿਰ ਸੋਚਿਆ ਵੀ ਮੈਂ ਮਹਾਰਾਜ ਨੂੰ ਹੀ ਪ੍ਰਸ਼ਾਦਾ ਛਕਾਵਾਂ। ਘਰ ਦਾ ਕੋਈ ਜੀ ਨਹੀਂ ਸੀ ਹੈਗਾ ਮਾਈ ਦਾ, ਕੱਲੀ ਮਾਈ ਰਹਿੰਦੀ ਸੀ, ਗਰੀਬ ਮਾਈ, ਕੱਲੀ ਮਾਈ। ਉਹਨੇ ਕਿਸੇ ਦੇ ਘਰ ਕੰਮਕਾਰ ਕਰਨਾ ਸ਼ੁਰੂ ਕੀਤਾ। 2 ਕੁ ਦਿਨ ਭੁੱਖੀ ਰਹੀ ਤੇ ਥੋੜਾ ਜਿਹਾ ਆਟਾ ਤੇ ਮੱਖਣ ਵਿਚਾਰੀ ਇਕੱਠਾ ਕਰ ਸਕੀ ਤੇ ਪ੍ਰਸ਼ਾਦਾ ਬਣਾਇਆ ਸਤਿਗੁਰਾਂ ਵਾਸਤੇ, ਤੇ ਸਬਜ਼ੀ ਵੀ ਨਹੀਂ ਬਣਾ ਸਕੀ। ਕੇਵਲ 2 ਪ੍ਰਸ਼ਾਦੇ, ਘਿਓ ਵਾਲੇ ਤੇ ਲੂਣ ਲਾਤਾ, ਉੱਤੇ ਨਮਕ ਲਾਤਾ। ਇੱਕ ਕੱਪੜੇ ਵਿੱਚ ਉਹ ਪ੍ਰਸ਼ਾਦੇ ਰੱਖ ਕੇ ਤੇ ਮਾਈ ਤਾਬੋ ਉੱਥੇ ਖਲੋ ਗਈ ਜਿੱਥੇ ਸਤਵੇਂ ਪਾਤਸ਼ਾਹ ਮਹਾਰਾਜ ਰੋਜ਼ ਲੰਘਦੇ ਹੁੰਦੇ ਸੀ। ਜਿੱਧਰੋਂ ਮਾਤਾ ਪ੍ਰਸ਼ਾਦੇ ਲੈ ਕੇ ਖਲੋ ਗਈ। ਅੰਦਰ ਪਿਆਰ ਹੈ, ਅੰਦਰ ਭੁੱਖ ਹੈ। ਭੁੱਖ ਕੀ ਹੈ? ਭੁੱਖ ਖਾਣ ਦੀ ਨਹੀਂ ਹੈ, ਭੁੱਖ ਛਕਾਉਣ ਦੀ ਹੈ ਵੀ ਮੈਂ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਲੰਘ ਰਹੇ ਆ, ਸਿੱਖ ਨਾਲ ਹੈ, ਧੂਣਾ ਉੱਡਣ,
ਘੋੜਿਆਂ ਤੇ ਸਤਿਗੁਰੂ ਦੀਆਂ ਫੌਜਾਂ ਨੇ, ਸਤਿਗੁਰੂ ਅੱਗੇ ਘੋੜੇ ਤੇ ਹੈ, ਮਹਾਰਾਜ ਅੱਗੇ ਲੰਘ ਗਏ ਹੈ। ਮਾਈ ਤਾਬੋ ਸੋਚਦੀ ਰਹਿ ਗਈ ਵੀ ਪ੍ਰਸ਼ਾਦਾ ਛਕਾਵਾਂ, ਪਰ ਤੇਜ ਪ੍ਰਤਾਪ ਇੰਨਾ ਸੀ, ਕਹਿ ਨਹੀਂ ਸਕੇ ਵੀ ਮਹਾਰਾਜ ਪ੍ਰਸ਼ਾਦਾ ਛਕ ਲਓ। ਭਾਈ ਸੰਤੋਖ ਸਿੰਘ ਕਹਿੰਦੇ ਉਹ ਮਾਯੂਸ ਹੋ ਗਈ, ਗਰੀਬ ਸੀ ਨਾ। ਦੁਨੀਆ ਗਰੀਬ ਨੂੰ ਵੇਖ ਕੇ ਪਿੱਠ ਕਰਦੀ ਹੈ, ਮੇਰੇ ਸਤਿਗੁਰੂ ਜੀ ਦੁਨੀਆ ਨੂੰ ਪਿੱਠ ਕਰਕੇ ਗਰੀਬ ਵੱਲ ਮੂੰਹ ਕਰ ਲੈਂਦੇ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਆਪਣੇ ਭਗਤਾਂ ਵੱਲ ਮੁਖ ਕਰਦੇ ਹੈ। ਸਾਧ ਸੰਗਤ ਜੀ, ਮਾਤਾ ਬੈਰਾਗ ਕਰਨ ਲੱਗ ਪਈ। ਅੰਤਰਜਾਮੀ ਗੁਰੂ ਹਰਿ ਰਾਏ ਸਾਹਿਬ ਜਾਣ ਗਏ। ਭਾਈ ਸਾਹਿਬ ਲਿਖਦੇ ਆ, ਕਹਿੰਦੇ ਫੇਰ ਤੁਰੰਗ ਨਿਕਟ ਤਿਸ ਗਮਨੇ। ਤੁਰੰਗ ਕਹਿੰਦੇ ਘੋੜੇ ਨੂੰ, ਘੋੜਾ ਮੋੜਿਆ। ਫੇਰ ਤੁਰੰਗ ਨਿਕਟ ਤਿਸ ਗਮਨੇ, ਮਹਾਰਾਜ ਉਹਦੇ ਕੋਲ ਚਲੇ ਗਏ। ਅੰਤਰਜਾਮੀ ਕੀਓ ਉਚਾਰ। ਅੰਤਰਜਾਮੀ ਗੁਰੂ ਹਰਿ ਰਾਏ ਸਾਹਿਬ ਜੀ ਉਸ ਗਰੀਬ ਮਾਂ ਨੂੰ ਕਹਿਣ ਲੱਗੇ, ਹਮਕੋ ਛੁਦਾ ਲਗੀ ਦੇਹੋ ਮਾਈ, ਤਿਆਰ ਆਹਾਰ ਜੇ ਤੈਂ ਕਰ ਧਾਰ। ਮਹਾਰਾਜ ਕਹਿੰਦੇ ਮਾਈ ਸਾਨੂੰ ਭੁੱਖ ਲੱਗੀ ਹੈ, ਤੇਰੇ ਹੱਥ 'ਚ ਜੋ ਵੀ ਤਿਆਰ ਹੈ ਨਾ ਉਹ ਸਾਨੂੰ ਛਕਾ ਦੇ। ਮਾਤਾ ਦੇ ਦੁੱਖ ਦੇ ਹੰਝੂ ਸੁੱਖ ਦੇ ਹੰਝੂ ਬਣ ਗਏ ਜੀ। ਸ਼ੁਕਰ ਕਰਦੀ ਨੇ ਪੌਣੇ 'ਚੋਂ ਪ੍ਰਸ਼ਾਦੇ ਕੱਢੇ, ਸਤਿਗੁਰਾਂ ਨੂੰ ਭੇਟਾ ਕੀਤੇ, ਘੋੜੇ ਤੇ ਬੈਠੇ, ਚਰਨਾਂ 'ਚ ਜੋੜਾ ਤੇ ਚਮੜੇ ਦੀ ਲਗਾਮ ਹੱਥ 'ਚ। ਮਹਾਰਾਜ ਉਸ ਮਾਤਾ ਕੋਲੋਂ 2 ਪ੍ਰਸ਼ਾਦੇ ਨਮਕ ਵਾਲੇ, ਸਬਜ਼ੀ ਨਹੀਂ ਹੈ, ਬਸ ਲੈ ਕੇ ਛਕ ਕੇ ਉਹਦੇ ਸਾਹਮਣੇ। ਤੇ ਮਾਤਾ ਨੂੰ ਬਚਨ ਕੀਤਾ, ਮਾਤਾ ਤੂੰ ਨਿਹਾਲ ਹੋਈ। ਸਤਿਗੁਰਾਂ ਨੇ ਬਚਨ ਕਰਤਾ, ਮਾਤਾ ਸ਼ੁਕਰ ਕਰਦੀ ਚਲੇਗੀ ਜੀ। ਹੁਣ ਇਸ ਘਟਨਾ ਨੂੰ ਤੁਸੀਂ ਸੁਣਿਆ, 2 ਦਿਨਾਂ ਦੀ ਭੁੱਖੀ ਮਾਤਾ ਸੀ। ਭੁੱਖ ਕਿਸੇ ਨੂੰ ਲੱਗੀ ਸੀ, ਪ੍ਰਸ਼ਾਦਾ ਕਿਸੇ ਨੇ ਛਕਿਆ ਤੇ ਰੱਜ ਕੋਈ ਗਿਆ ਜੀ। ਫਿਰ ਸੁਣਿਓ, ਭੁੱਖ ਕਿਸੇ ਨੂੰ ਲੱਗੀ ਹੈ, ਪ੍ਰਸ਼ਾਦਾ ਕਿਸੇ ਨੇ ਛਕਿਆ ਤੇ ਰੱਜ ਕੋਈ ਹੋਰ ਗਿਆ ਜੀ। ਭੁੱਖ ਤਾਂ ਮਾਤਾ ਨੂੰ ਲੱਗੀ ਸੀ, ਵਿਚਾਰੀ ਨੇ 2 ਦਿਨ ਦਾ ਕੁਝ ਖਾਧਾ ਨਹੀਂ ਸੀ। ਪ੍ਰਸ਼ਾਦਾ ਸਤਿਗੁਰਾਂ ਨੇ ਛਕਿਆ ਤੇ ਰੱਜ ਮਾਤਾ ਗਈ ਜੀ। ਪਿਆਰ ਦੀ ਖੇਡ ਹੈ ਨਾ, ਪ੍ਰੇਮ ਵੱਡਾ ਗੁਰੂ ਘਰ ਵਿੱਚ। ਗੁਰਸਿੱਖ ਸਾਡੇ ਵਰਗੇ ਨਾਲ ਸੀਗੇ, ਉਹ ਕਹਿਣ ਲੱਗੇ, ਲੈ ਸਾਡੇ ਏਡੇ ਵੱਡੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਇੱਕ ਗਰੀਬਣੀ ਜੀ ਕੋਲੋਂ ਮੰਗ ਕੇ ਪ੍ਰਸ਼ਾਦਾ ਛਕਿਆ। ਉਹਨਾਂ ਨੂੰ ਖੇਡ ਦਾ ਨਹੀਂ ਸੀ ਪਤਾ ਵੀ ਇੱਕ ਮਾਤਾ ਕੋ ਮੰਗ ਕੇ ਛਕਣਾ ਪੈ ਗਿਆ। ਬਸ ਅਗਲੇ ਦਿਨ ਜਦੋਂ ਮਹਾਰਾਜ ਨੇ ਸ਼ਿਕਾਰ ਤੇ ਜਾਣਾ, ਉਹਦੇ ਤੋਂ ਪਹਿਲਾਂ ਖੀਰਾਂ, ਪੂੜੀਆਂ, ਕੜਾਹ ਬਣਾ ਲਿਆ, ਸਾਰਾ ਕੁਝ। ਕਹਿੰਦੇ ਮਹਾਰਾਜ ਜਵਾਨੀ ਦੀ ਉਮਰ 'ਚ ਹੈ, ਤੇ ਜਵਾਨੀ ਦੀ ਉਮਰ 'ਚ ਭੁੱਖ ਜ਼ਿਆਦਾ ਲੱਗਦੀ ਹੈ। ਨਾਲੇ ਸਤਿਗੁਰੂ ਨੇ ਘੋੜ ਸਵਾਰੀ ਕਰਦੇ ਆ, ਤੇ ਜਦੋਂ ਘੋੜ ਸਵਾਰੀ ਕਰੀਏ ਤੇ ਸਰੀਰ ਕੁੱਦਦਾ, ਤੇ ਮਹਾਰਾਜ ਨੂੰ ਭੁੱਖ ਲੱਗ ਜਾਂਦੀ ਹੈ। ਲੰਗਰ ਨਾਲ ਹੀ ਲੈ ਲਿਆ ਜੀ। ਜਿੱਥੇ ਕੋ ਜਾ ਕੇ ਮਹਾਰਾਜ ਨੇ ਮਾਤਾ ਤਾਬੋ ਕੋਲੋਂ ਪ੍ਰਸ਼ਾਦਾ ਮੰਗ ਕੇ ਛਕਿਆ ਨਾ, ਗੁਰਸਿੱਖਾਂ ਨੇ ਘੋੜਾ ਘੇਰ ਲਿਆ। ਕਹਿੰਦੇ ਮਹਾਰਾਜ ਹੱਥ ਸੁੱਚੇ ਕਰ ਲਓ,
ਜਲ ਲਈ ਆਉਣ। ਮਹਾਰਾਜ ਆ ਲੋ ਹੱਥ ਸੁੱਚੇ ਕਰੋ। ਸਤਿਗੁਰੂ ਕਹਿੰਦੇ ਸਿੱਖੋ ਕੀ ਗੱਲ ਹੋ ਗਈ? ਮਹਾਰਾਜ ਪ੍ਰਸ਼ਾਦਾ ਛਕ ਲਓ। ਤੇ ਭਾਈ ਸੰਤੋਖ ਸਿੰਘ ਲਿਖਦੇ, ਜਦੋਂ ਉਹਨਾਂ ਕਿਹਾ ਨਾ ਮਹਾਰਾਜ ਪ੍ਰਸ਼ਾਦਾ ਛਕ ਲਓ, ਤੇ ਸੁਣ ਸਤਿਗੁਰੂ ਹਰ ਖਾਏ ਬਖਾਨਿਓ। ਹਰ ਖਾਏ ਖੁਸ਼ ਹੋ ਕੇ, ਸੁਣ ਕੇ ਖੁਸ਼ ਹੋ ਗਏ ਮਹਾਰਾਜ। ਤੇ ਸਤਿਗੁਰੂ ਕਹਿਣ ਲੱਗੇ ਸੁਣ ਸਤਿਗੁਰ ਹਰ ਖਾਏ ਬਖਾਨਿਓ। ਬੇਮਰਜਾਦ ਆਹਾਰ ਤਿਆਰ, ਚਲੇ ਜਾਤ ਹਮ ਘੋੜੇ ਊਪਰ। ਕੌਣ ਸਮੋ ਤੁਮ ਕਰਿਓ ਵਿਚਾਰ। ਮਹਾਰਾਜ ਕਹਿੰਦੇ ਉਹ ਸਿੱਖੋ ਸਮੇਂ ਦੀ ਵੀ ਵਿਚਾਰ ਕਰਿਆ ਕਰੋ। ਅਸੀਂ ਘੋੜੇ ਤੇ ਬੈਠੇ ਜਾ ਰਹੇ ਹਾਂ, ਇਹ ਸਮਾਂ ਪ੍ਰਸ਼ਾਦਾ ਛਕਣ ਦਾ। ਮਹਾਰਾਜ ਕਹਿਣ ਲੱਗੇ ਸੋਚ ਜੁਤ ਹੋਏ ਪੁਨੀਤ ਅਸਨ ਜਬ। ਜਦੋਂ ਸੁਚਤਾ ਦੇ ਨਾਲ, ਪਵਿੱਤਰਤਾਈ ਨਾਲ ਪ੍ਰਸ਼ਾਦਾ ਬਣਿਆ ਹੋਵੇ, ਤੇ ਮਹਾਰਾਜ ਕਹਿੰਦੇ ਫਿਰ ਪਵਿੱਤਰ ਥਾਂ ਤੇ ਬਹਿ ਕੇ ਛਕੀਦਾ, ਮਰਜ਼ਾਦਾ ਨਾਲ ਛਕੀਦਾ। ਚਮੜੇ ਦੀ ਲਗਾਮ ਹੱਥ 'ਚ ਫੜੀ ਹੈ, ਘੋੜੇ ਦੇ ਉੱਤੇ ਬੈਠੇ ਆ, ਚਰਨਾਂ 'ਚ ਜੋੜਾ ਪਾਇਆ ਹੈ, ਏਦਾਂ ਕਿਵੇਂ ਪ੍ਰਸ਼ਾਦਾ ਛਕਾਂਗੇ? ਸਿੱਖ ਕੁਛ ਨਹੀਂ ਬੋਲੇ, ਕਿਉਂਕਿ ਮਹਾਰਾਜ ਦਾ ਪ੍ਰਤਾਪ ਬੜਾ। ਅਗਲੇ ਦਿਨ ਸਾਧ ਸੰਗਤ ਦੀ ਮਹਾਰਾਜ ਦੀਵਾਨ ਵਿੱਚ ਬੈਠੇ ਤੇ ਹਾਸ ਰਸ ਦੀਆਂ ਗੱਲਾਂ ਚੱਲ ਰਹੀਆਂ ਸੀ। ਤੇ ਸਿੱਖ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਇੱਕ ਬੇਨਤੀ ਕਰਨੀ ਹੈ। ਮਹਾਰਾਜ ਕਹਿੰਦੇ ਸਾਨੂੰ ਪਤਾ ਜੋ ਤੁਸੀਂ ਕਹਿਣਾ, ਪਰ ਚਲੋ ਦੱਸੋ। ਕਹਿੰਦੇ ਸਤਿਗੁਰੂ ਸਾਡਾ ਮਰਿਆਦਾ ਨਾਲ ਤਿਆਰ ਕੀਤਾ ਪ੍ਰਸ਼ਾਦਾ ਆਪ ਜੀ ਨੇ ਬੇਮਰਿਆਦਾ ਕਹਿ ਦਿੱਤਾ, ਤੇ ਮਾਈ ਕੋਲੋਂ ਆਪ ਜੀ ਮੰਗ ਕੇ ਛਕ ਲਿਆ। ਮਹਾਰਾਜ ਕੀ ਖੇਡ ਹੈ? ਸਤਿਗੁਰੂ ਕਹਿਣ ਲੱਗੇ ਸਿੱਖੋ ਸਾਡੇ ਤਨ ਨੂੰ ਹੀ ਨਹੀਂ ਭੁੱਖ ਲੱਗਦੀ, ਮਨ ਨੂੰ ਵੀ ਲੱਗਦੀ ਹੈ। ਅੱਜ ਸਤਿਗੁਰਾਂ ਦਾ ਗੁਰਪੁਰਬ ਹੈ ਸਾਧ ਸੰਗਤ ਜੀ। ਇਸ ਗੱਲ ਨੂੰ ਧਿਆਨ ਨਾਲ ਸੁਣਿਓ ਤੇ ਅਰਦਾਸ ਕਰਿਓ। ਮਹਾਰਾਜ ਕਹਿੰਦੇ ਸਾਡੇ ਤਨ ਨੂੰ ਹੀ ਨਹੀਂ ਭੁੱਖ ਲੱਗਦੀ, ਉਹ ਸਾਡੇ ਮਨ ਨੂੰ ਵੀ ਭੁੱਖ ਲੱਗਦੀ ਹੈ। ਮਹਾਰਾਜ ਮਨ ਨੂੰ ਕਿਸ ਦੀ ਭੁੱਖ ਲੱਗਦੀ ਹੈ? ਸਤਿਗੁਰੂ ਕਹਿੰਦੇ ਸਾਡਾ ਮਨ ਪ੍ਰੇਮ ਦਾ ਭੁੱਖਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨਾ ਗੋਬਿੰਦ ਭਾਓ ਭਗਤ ਦਾ ਭੁੱਖਾ। ਕਹਿੰਦੇ ਸਾਨੂੰ ਪ੍ਰੇਮ ਦੀ ਭੁੱਖ ਲੱਗਦੀ ਹੈ। ਮਾਤਾ ਦੇ ਅੰਦਰ ਪਿਆਰ ਸੀ, ਕਹਿਣ ਲੱਗੇ ਅਸੀਂ ਤਾਂ ਉਹਦੇ ਪ੍ਰੇਮ ਕਰਕੇ ਮੰਗ ਕੇ ਛਕਿਆ ਸੀ। ਤੇ ਸਤਿਗੁਰੂ ਕਹਿਣ ਲੱਗੇ ਇਹ ਵੀ ਸੁਣ ਲਓ, ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਨਹੀਂ ਹੁੰਦਾ। ਸਾਧ ਸੰਗਤ ਇੱਕ ਕਵੀ ਹੋਇਆ, ਸੁੰਦਰ ਕਵੀ, ਉਹਨੇ ਕਵਿਤਾ ਲਿਖੀ। ਉਹ ਕਹਿੰਦਾ ਪ੍ਰੇਮ ਜਹਾਂ, ਜਿੱਥੇ ਪ੍ਰੇਮ ਹੈ, ਪ੍ਰੇਮ ਜਹਾਂ ਨੇਮ ਕੈਸੋ। ਸੁੰਦਰ ਕਹਿਤ ਯਾ ਤੋ ਪ੍ਰੇਮ ਹੀ ਕੀ ਬਾਤ ਹੈ। ਇੱਥੇ ਤਾਂ ਪ੍ਰੇਮ ਦੀ ਗੱਲ ਹੈ। ਤੇ ਮਹਾਰਾਜ ਬਾਜਾਂ ਵਾਲੇ ਵੀ ਕਹਿੰਦੇ ਆ ਨਾ, ਸਾਚ ਕਹੋ ਸੁਨ ਲੈ ਸਬੈ ਜਿਨ, ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿਣ ਲੱਗੇ ਗੁਰਸਿੱਖੋ ਸਾਨੂੰ ਪਿਆਰ ਦੀ ਭੁੱਖ ਲੱਗਦੀ ਹੈ। ਜਿਹੜਾ ਸਾਨੂੰ ਪ੍ਰੇਮ ਕਰਦਾ ਅਸੀਂ ਫਿਰ ਨੇਮ ਪਿੱਛੇ ਛੱਡ ਕੇ ਉਹਦੇ ਪ੍ਰੇਮ ਨੂੰ ਪਾਲਦੇ ਹਾਂ। ਇੰਨੇ ਵੱਡੇ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ। ਜੇ ਸਤ ਸੰਗਤ ਜੀ, ਕਿਉਂਕਿ ਆਪਾਂ ਲੜੀਵਾਰ ਕਥਾ ਵੀ ਕਰਨੀ ਹੈ। ਉਂਝ ਮਹਾਰਾਜ ਦੇ ਬੜੇ ਹੀ ਗੁਣ ਨੇ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਸੰਸਾਰ ਦੇ ਜੀਵਾਂ ਨੂੰ ਠੰਡ ਵਰਤਾਈ। ਸਤਿਗੁਰਾਂ ਨੇ ਪ੍ਰੇਮ ਦੀ ਦਾਤ ਬਖਸ਼ੀ ਵੀ, ਤੇ ਗੁਰਸਿੱਖਾਂ ਨੂੰ ਨਿਹਾਲ ਵੀ ਕੀਤਾ।
ਸੁਥਰੇ ਵਰਗੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਸੇਵਕ ਸਨ। ਭਾਈ ਸੁਥਰੇ ਵਰਗੇ, ਔਰ ਬੜੀਆਂ ਖੇਡਾਂ ਸੁਥਰਾ ਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਸਾਧ ਸੰਗਤ ਜੀ ਕਰਦਾ ਸੀ। ਇੱਕ ਵਾਰੀ ਭਾਈ ਸੁਥਰੇ ਕੋ ਗਲਤੀ ਹੋ ਗਈ, ਇੱਕ ਭੁੱਲ ਹੋ ਗਈ। ਗੁਰੂ ਹਰਿ ਰਾਏ ਸਾਹਿਬ ਨੇ ਕਹਿਤਾ ਵੀ ਸੁਥਰੇ ਨੂੰ ਅੰਦਰ ਨਹੀਂ ਆਉਣ ਦੇਣਾ, ਦੀਵਾਨ ਵਿੱਚ ਨਹੀਂ ਆਉਣ ਦੇਣਾ। ਭਾਈ ਸੁਥਰਾ ਜੀ ਸਾਧ ਸੰਗਤ ਨੀਤੀ ਜਾਣਦੇ ਸੀ ਸਾਰੀ। ਉਹਨਾਂ ਇੱਕ ਤੋੜਾ ਰੇਤਾ ਬਜਰੀ ਇੱਟਾਂ ਰੋੜਿਆਂ ਦਾ ਲਿਆ ਤੇ ਭਰ ਲਿਆ ਤੇ ਮੋਢੇ ਤੇ ਤੋੜਾ ਰੱਖ ਕੇ ਤੇ ਮਹਾਰਾਜ ਦੇ ਦਰਬਾਰ ਨੂੰ ਤੁਰੇ ਆਉਣ ਗੁਰੂ ਹਰਿ ਰਾਏ ਸਾਹਿਬ ਦੇ ਅੱਗੇ। ਜਿਵੇਂ ਬਰਛੇ ਵਾਲੇ ਸਿੰਘ ਖਲੋਂਦੇ ਆ, ਇੱਕ ਮੇਨ ਦਰਵਾਜ਼ੇ ਅੱਗੇ ਖਲੋਂਦੇ ਸੀ, ਇੱਕ ਫਿਰ ਦੀਵਾਨ ਦੇ ਦਰਵਾਜ਼ੇ ਅੱਗੇ ਖਲੋਂਦੇ ਸੀ। ਭਾਈ ਸੁਥਰਾ ਅੰਦਰ ਆਉਣ ਲੱਗਾ ਤੇ ਸਿੱਖਾਂ ਰੋਕ ਲਿਆ ਵੀ ਤੈਨੂੰ ਤੇ ਮਹਾਰਾਜ ਨੇ ਅੰਦਰ ਆਉਣਾ ਮਨਾ ਕੀਤਾ। ਸੁਥਰਾ ਕਹਿੰਦਾ ਚੁੱਪ ਕਰੋ, ਗੁਰੂ ਹਰਿ ਰਾਏ ਸਾਹਿਬ ਮੇਰੇ ਪਿਤਾ ਨੇ, ਮੈਂ ਮਹਾਰਾਜ ਦਾ ਪੁੱਤ ਹਾਂ ਤੇ ਕਦੀ ਪਿਓ ਵੀ ਪੁੱਤ ਤੋਂ ਨਾਰਾਜ਼ ਹੋਇਆ। ਮੈਂ ਅੰਦਰ ਚੱਲਾਂ, ਮੇਰੇ ਕੋਲ ਮਾਇਆ ਬੜੀ, ਇਹ ਮੈਂ ਚੜਾਉਣ ਚੱਲਾਂ ਤੇ ਜਦੋਂ ਮੈਂ ਮਹਾਰਾਜ ਨੂੰ ਕੋਲ ਜਾਣਾ ਹੈ ਨਾ, ਗੁਰੂ ਸਾਹਿਬ ਨੇ ਮੈਨੂੰ ਬਖਸ਼ ਲੈਣਾ ਤੇ ਕੋਈ ਨਹੀਂ, ਮਹਾਰਾਜ ਨੇ ਜਿੰਨੀਆਂ ਮੇਰੇ ਤੇ ਬਖਸ਼ਿਸ਼ਾਂ ਕਰਨੀਆਂ ਨਾ, ਅੱਧੀਆਂ ਮੈਂ ਤੁਹਾਡੇ ਤੇ ਕਰਾਂਗਾ। ਉਹ ਕਹਿੰਦੇ ਵੀ ਆਹ ਤੇ ਕੰਮ ਵਧੀਆ ਵੀ ਸੁਥਰੇ ਨੂੰ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ੀ ਦੇਣਾ। ਉਹਨਾਂ ਜਾਣ ਦਿੱਤਾ। ਅੱਗੇ ਫਿਰ ਸਿੱਖ ਖਲੋਤੇ ਸੀ। ਉਹ ਕਹਿਣ ਲੱਗੇ ਕਿੱਧਰ ਆਇਆ ਸੁਥਰਿਆ? ਸੁਥਰਾ ਕਹਿਣ ਲੱਗਾ ਜੇ ਪਿਛਲਿਆਂ ਨੇ ਘੱਲਤਾ ਤੇ ਤੁਹਾਨੂੰ ਭੇਜਣ ਲੱਗਿਆ ਕੀ ਹੁੰਦਾ ਹੈ, ਤੁਸੀਂ ਵੀ ਭੇਜ ਦਿਓ। ਮੈਨੂੰ ਮਹਾਰਾਜ ਨੇ ਬਖਸ਼ਿਸ਼ਾਂ ਦੇਣੀਆਂ, ਭਰੋਸਾ ਹੈ। ਆ ਵੇਖੋ ਮਾਇਆ ਦਾ ਬੋਰਾ ਭਰ ਕੇ ਲੈ ਕੇ ਚੱਲਾਂ, ਜਿੰਨੀਆਂ ਬਖਸ਼ਿਸ਼ਾਂ ਦੇਣੀਆਂ ਨੇ ਅੱਧੀਆਂ ਪਿਛਲਿਆਂ ਨੂੰ ਦੇ ਦੇਣੀਆਂ ਨੇ, ਅੱਧੀਆਂ ਤੁਹਾਨੂੰ ਦੇ ਦਿਆਂਗਾ। ਉਹ ਕਹਿੰਦੇ ਵੀ ਚਲੋ ਸੁਥਰੇ ਦਾ ਪਿਆਰ ਹੈ ਤੇ ਮਹਾਰਾਜ ਵੀ ਦਿਆਲੂ ਹੈ ਗੁਰੂ ਹਰਿ ਰਾਏ ਸਾਹਿਬ, ਸਤਿਗੁਰਾਂ ਨੇ ਬਖਸ਼ ਤੇ ਦੇਣਾ ਹੀ ਹੈ। ਤੇ ਸਾਧ ਸੰਗਤ ਜੀ ਉਹ ਸੁਥਰੇ ਨੂੰ ਅੰਦਰ ਆਉਣ ਦਿੱਤਾ। ਜਦੋਂ ਸੁਥਰੇ ਨੂੰ ਅੰਦਰ ਆਉਣ ਦਿੱਤਾ, ਸੁਥਰੇ ਨੇ ਮਹਾਰਾਜ ਨੂੰ ਨਹੀਂ ਮੱਥਾ ਟੇਕਿਆ। ਦਰਬਾਰ ਲੱਗਾ, ਸੁਥਰੇ ਨੇ ਬੋਰੀ ਅੱਗੇ ਰੱਖ ਕੇ ਤੇ ਬੋਰੀ ਨੂੰ ਮੱਥਾ ਟੇਕਣਾ ਸ਼ੁਰੂ ਕਰਤਾ। ਮਹਾਰਾਜ ਗੁਰੂ ਹਰਿ ਰਾਏ ਸਾਹਿਬ ਹੱਸ ਪਏ, ਕਹਿੰਦੇ ਸੁਥਰਿਆ ਬੋਰੀ ਨੂੰ ਮੱਥਾ ਟੇਕੀ ਜਾਂਦਾ ਹੈ। ਸੁਥਰਾ ਕਹਿੰਦਾ ਰੁਕ ਜਾਓ ਰੁਕ ਜਾਓ, ਤੁਹਾਨੂੰ ਵੀ ਟੇਕਾਂਗਾ, ਪਹਿਲਾਂ ਇਹਨੂੰ ਟੇਕਣ ਦਿਓ। ਇਹਦੀ ਬਖਸ਼ਿਸ਼ ਨਾਲ ਤੇ ਤੁਹਾਡੇ ਦਰਸ਼ਨ ਹੋਏ ਆ ਮਹਾਰਾਜ, ਇਹਦੇ ਕਰਕੇ ਤੁਹਾਡੇ ਦਰਸ਼ਨ ਹੋਏ ਆ। ਮੈਂ ਕਿਹਾ ਸੀ ਮਾਇਆ, ਤੇ ਮਹਾਰਾਜ ਸਿੱਖਾਂ ਨੇ ਅੰਦਰ ਆਉਣ ਦਿੱਤਾ। ਬਾਕੀ ਤੁਸੀਂ ਮੇਰੇ ਤੋਂ ਨਾਰਾਜ਼ ਹੋ ਜਾਂਦੇ ਜੇ, ਬਾਕੀਆਂ ਦਾ ਵੀ ਵੇਖਿਆ ਕਰੋ। ਚਲੋ ਹੋਰ ਬਚਨ ਕੀਤੇ। ਮਹਾਰਾਜ ਕਹਿੰਦੇ ਸੁਥਰਿਆ ਤੈਨੂੰ ਬਖਸ਼ ਦਿੱਤਾ। ਦਿਆਲੂ ਸਨ ਨਾ ਮਹਾਰਾਜ। ਹੁਣ ਮੰਗਣਾ ਕੀ ਹੈ? ਕਹਿੰਦਾ ਮਹਾਰਾਜ ਮੰਗ ਤੇ ਮੰਗਾਂਗਾ, ਨਾ ਕਰਿਓ। ਸਤਿਗੁਰੂ ਕਹਿੰਦੇ ਨਹੀਂ, ਤੈਨੂੰ ਕਿਉਂ ਨਾ ਕਰਨੀ ਹੈ, ਤੂੰ ਮੰਗ ਕੀ ਮੰਗਣਾ? ਕਹਿੰਦਾ ਮਹਾਰਾਜ ਵੇਖ ਲਓ ਤੁਸੀਂ ਨਾ ਕਰ ਦੇਣੀ ਜੇ। ਮਹਾਰਾਜ ਕਹਿੰਦੇ ਨਹੀਂ ਸੁਥਰਿਆ ਤੂੰ ਸਾਡਾ ਪਿਆਰ ਹੈ, ਤੈਨੂੰ ਨਾ ਕਿਉਂ ਕਰਾਂਗੇ? ਕਹਿੰਦਾ ਮਹਾਰਾਜ ਮੈਨੂੰ 100 ਚਪੇੜਾਂ ਮਾਰੋ। ਮਹਾਰਾਜ ਕਹਿੰਦੇ ਇਹ ਕੀ? ਕਹਿੰਦਾ ਤੁਸੀਂ ਕਿਹਾ ਸੀ ਨਾ ਨਹੀਂ ਕਰਨੀ। ਸਤਿਗੁਰੂ ਕਹਿੰਦੇ ਇੱਦਾਂ ਕਿਵੇਂ ਹੋ ਸਕਦਾ? ਚਲੋ ਭਾਈ ਸਿੱਖੋ ਫਿਰ ਹੋ ਜਾਓ ਸ਼ੁਰੂ। ਕਹਿੰਦਾ ਨਾ ਮਹਾਰਾਜ 50 ਉਹਨਾਂ ਦੇ, 50 ਉਹਦੇ ਤੋਂ ਅਗਲਿਆਂ ਦੇ, ਕਿਉਂਕਿ ਉਹਨਾਂ ਨੇ ਲਾਲਚ ਕਰਕੇ ਤੁਹਾਡੀ ਹਜ਼ੂਰੀ ਵਿੱਚ ਆਉਣ ਦਿੱਤਾ ਹੈ। ਸੋ ਮਹਾਰਾਜ ਦੇ ਇਸ ਤਰ੍ਹਾਂ ਦੇ ਵੀ ਸਿੱਖ ਹੈਗੇ ਸੀ। ਬਖਸ਼ਿਆ ਤੇ ਸਾਰਿਆਂ ਨੂੰ ਹੀ, ਪਰ ਇੱਕ ਚੋਜ ਹੁੰਦਾ ਸਾਧ ਸੰਗਤ ਦੀ। ਸੋ ਐਸੇ ਦੀਨ ਦਿਆਲ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਦੇ ਗੁਰਪੁਰਬ ਦੀਆਂ ਆਪ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰਾਂ ਅੱਗੇ ਅਰਦਾਸ ਕਰਿਆ ਕਰੋ,
ਸੱਚੇ ਪਾਤਸ਼ਾਹ ਸਾਨੂੰ ਪਿਆਰ ਦੀ ਦਾਤ ਬਖਸ਼ੋ। ਮਹਾਰਾਜ ਅਸੀਂ ਤੁਹਾਡੀ ਕਥਾ ਬਹਿ ਕੇ ਸੁਣਿਆ ਕਰੀਏ, ਅਸੀਂ ਪ੍ਰੇਮ ਨਾਲ ਰੰਗੇ ਜਾਈਏ, ਇਹ ਸਾਡੇ ਤੇ ਕਿਰਪਾ ਕਰੋ। ਆਓ ਹੁਣ ਲੜੀਵਾਰ ਕਥਾ, ਅੱਧਾ ਸਮਾਂ ਆਪਾਂ ਲੜੀਵਾਰ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਗੋਬਿੰਦਪੁਰ ਦੀ ਧਰਤੀ ਤੇ ਸੱਜੇ ਆ। ਭਗਵਾਨ ਦਾਸ ਘੇਰੜ ਇੱਕ ਵਾਰੀ ਤੇ ਆ ਕੇ ਮਾੜਾ ਬੋਲਦਾ, ਮਹਾਰਾਜ ਕਹਿੰਦੇ ਜਾ ਚਲੇ ਜਾ ਇੱਥੋਂ। ਫਿਰ ਚਲੇ ਜਾਂਦਾ। ਬਾਬਾ ਬਿਧੀ ਚੰਦ ਜੀ ਕਹਿੰਦੇ ਸਤਿਗੁਰੂ ਜੇ ਤੁਸੀਂ ਕਹੋ ਤੇ ਭਗਵਾਨ ਦਾਸ ਘੇਰੜ ਨੂੰ ਘਰ ਜਾ ਕੇ ਮਾਰਾਂ, ਜੁੱਤੀਆਂ ਮਾਰਾਂ ਮਹਾਰਾਜ ਨੂੰ, ਇਹਨੂੰ ਤਾਂ ਜੁੱਤੀਆਂ ਨਾ ਮਾਰਾਂਗਾ। ਮਹਾਰਾਜ ਕਹਿੰਦੇ ਅਸੀਂ ਵੀ ਨਗਰ ਵਸਾ ਰਹੇ ਹਾਂ, ਲੱਗਦਾ ਇਹਦੀ ਬਲੀ ਦੇਣੀ ਪੈਣੀ ਹੈ। ਪ੍ਰਸੰਨ ਹੋ ਕੇ ਮਹਾਰਾਜ ਨੇ ਬਚਨ ਕਰ ਦਿੱਤਾ। ਮਹਾਰਾਜ ਕਹਿੰਦੇ ਨਿੰਦਕ ਇੰਝ ਹੀ ਫਲ ਪਾਉਂਦੇ ਆ। ਸੋ ਅੱਗੋਂ ਹੁਣ ਬਾਬਾ ਬਿਧੀ ਚੰਦ ਜੀ ਨੇ ਵੀ ਕਿਹਾ ਮਹਾਰਾਜ ਹੁਕਮ ਕਰੋ, ਇਹਨੂੰ ਤਾਂ ਜੁੱਤੀਆਂ ਮਾਰਾਂ, ਪਨਹੀ ਦੀ ਮਾਰ ਮਾਰਾਂ। ਸੋ ਅੱਗੋਂ ਹੁਣ ਜਿਹੜੇ ਬਚਨ ਨੇ ਉਹ ਸਰਵਣ ਕਰੋ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਗੋਬਿੰਦ ਬਾਕ ਬਖਾਨੇ। ਧੰਨ ਬਾਬਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰ ਰਹੇ ਨੇ। ਸਤਿਗੁਰੂ ਬਾਬਾ ਬਿਧੀ ਚੰਦ ਜੀ ਨੂੰ ਬਚਨ ਕਰਦੇ ਹਨ। ਗੁਰਦਰੋਹੀ ਜੇ ਤਕ ਜਗ ਜਾਣੇ। ਮਹਾਰਾਜ ਕਹਿਣ ਲੱਗੇ ਗੁਰਸਿੱਖੋ, ਜਿੰਨੇ ਵੀ ਗੁਰੂ ਦੇ ਦਰੋਹੀ ਆ ਨਾ, ਗੁਰੂ ਦੀ ਨਿੰਦਿਆ ਕਰਨ ਵਾਲੇ, ਗੁਰੂ ਘਰ ਨੂੰ ਮਾੜਾ ਬੋਲਣ ਵਾਲੇ ਹਨ। ਭੂਤ ਭਵਿੱਖਤ ਜੇ ਅਬ ਆਹ। ਜਿਹੜੇ ਭੂਤ ਚ ਹੋ ਗਏ ਆ, ਭਾਵ ਪਿਛਲੇ ਸਮੇਂ ਚ ਹੋ ਗਏ ਆ, ਜਿਹੜੇ ਭਵਿੱਖ ਵਿੱਚ ਗਾਂ ਅੱਗੇ ਹੋਣਗੇ, ਤੇ ਚੱਲ ਰਹੇ ਸਮੇਂ ਵਿੱਚ ਵੀ ਜੇ ਕੋਈ ਗੁਰੂ ਘਰ ਨਾਲ ਮੱਥਾ ਲਾਉਂਦਾ ਹੈ, ਗੁਰੂ ਘਰ ਦਾ ਦਰੋਹੀ ਬਣਦਾ ਹੈ, ਕਿਉਂ ਨਾ ਕਹੋ ਅਗ ਕੋ ਫਲ ਲਹੈ। ਮਹਾਰਾਜ ਕਹਿਣ ਲੱਗੇ ਦੱਸੋ ਫਿਰ ਉਹਨੂੰ ਉਹਦੇ ਪਾਪ ਦਾ ਫਲ ਕਿਉਂ ਨਹੀਂ ਮਿਲੇਗਾ। ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਪਿੱਛੇ ਮੱਥਾ ਲਾਇਆ ਉਹਨਾਂ ਦਾ ਹਾਲ ਇਹ ਹੋਇਆ, ਜਿਹੜੇ ਲਾ ਰਹੇ ਆ ਉਹਨਾਂ ਦਾ ਹਾਲ ਵੀ ਇਹੋ ਹੋਣਾ, ਤੇ ਜਿਹੜੇ ਆਉਣ ਵਾਲੇ ਸਮੇਂ 'ਚ ਲਾਉਣਗੇ ਮੱਥਾ ਉਹ ਵੀ ਨਹੀਂ ਬਚਦੇ। ਮਹਾਰਾਜ ਕਹਿੰਦੇ ਦੱਸੋ ਤਿੰਨਾਂ ਸਮਿਆਂ 'ਚ ਜਿਨੇ ਜਿਨੇ ਗੁਰੂ ਦੀ ਨਿੰਦਿਆ ਕੀਤੀ ਹੈ ਉਹਨੂੰ ਕਿਉਂ ਨਹੀਂ ਫਲ ਮਿਲੇਗਾ। ਲੋਕ ਵਿਖੈ ਜਰ ਉਖਰੈ ਸਾਰੀ। ਸਤਿਗੁਰੂ ਕਹਿੰਦੇ ਪਤਾ ਕੀ ਫਲ ਮਿਲਣਾ, ਇਸ ਲੋਕ ਵਿੱਚ ਉਹਨਾਂ ਦੀ ਜੜ ਪੁੱਟੀ ਜਾਣੀ। ਕਹਿਣ ਲੱਗੇ ਜੜ ਪੁੱਟੀ ਜਾਏਗੀ। ਬੜੇ ਬੜੇ ਵੱਡੇ ਖਾਨਦਾਨ ਜਿਨ੍ਹਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ, ਜੜ ਪੁੱਟੀ ਗਈ ਸਾਧ ਸੰਗਤ ਜੀ ਉਹਨਾਂ ਦੀ। ਮਹਾਰਾਜ ਕਹਿੰਦੇ ਉਹਨਾਂ ਦੀ ਜੜ ਪੁੱਟੀ ਜਾਵੇਗੀ। ਮਰੇ ਪਾਏ ਦੁਖ ਨਰਕ ਮਝਾਰੀ। ਤੇ ਮਰਨ ਤੋਂ ਬਾਅਦ ਸਿੱਧੇ ਨਰਕਾਂ 'ਚ ਜਾਣਾ ਉਹਨਾਂ ਨੇ। ਬਹੁਤ ਵੱਡੇ ਦੁੱਖ ਮਿਲਣਗੇ ਉੱਥੇ। ਕੋਈ ਨਵਾਲੀ ਬਨੇ ਸਹਾਏ। ਗੁਰੂ ਦੀ ਨਿੰਦਿਆ ਕਰਨ ਵਾਲੇ ਦੀ ਕੋਈ ਰਾਖੀ ਨਹੀਂ ਕਰਦਾ। ਜਿਹੜਾ ਸਤਿਗੁਰੂ ਦੇ ਘਰ ਨਾਲ ਮਹਾਰਾਜ ਕਹਿੰਦੇ ਮੱਥਾ ਲਾਉਂਦਾ ਹੈ ਨਾ, ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਬਣਦਾ, ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰਦਾ। ਭੋਗੈ ਸੰਕਟ ਬਹੁ ਬਿਲ ਲਾਏ। ਸੰਕਟ ਦੁੱਖ ਹੀ ਭੋਗਦੇ ਰਹਿੰਦੇ ਆ, ਬਹੁ ਬਿਲ ਲਾਏ। ਫਿਰ ਵਿਚਾਰੇ ਬੜੀਆਂ ਪੁਕਾਰਾਂ ਕਰਦੇ ਆ, ਪਰ ਉਹਨਾਂ ਦੀ ਪੁਕਾਰ ਵੀ ਕੋਈ ਨਹੀਂ ਸੁਣਦਾ। ਇਹ ਘੇਰੜ ਅਬ ਅਬਗਤ ਪਾਵੈ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਿਧੀ ਚੰਦ ਜੀ ਨੂੰ ਕਹਿਣ ਲੱਗੇ ਘੇਰੜ ਵੀ ਇਸ ਤਰ੍ਹਾਂ ਦਾ ਹੀ ਹੈ, ਇਹਦਾ ਵੀ ਹੁਣ ਇਹੋ ਹਾਲ ਹੋਵੇਗਾ। ਸਮ ਚੰਦੂ ਕੇ ਨਰਕ ਸਿਧਾਵੈ। ਤੇ ਚੰਦੂ ਦਾ ਰਿਸ਼ਤੇਦਾਰ ਹੈ ਨਾ, ਤੇ ਸਤਿਗੁਰੂ ਕਹਿਣ ਲੱਗੇ ਵੀ ਚੰਦੂ ਦੀ ਤਰ੍ਹਾਂ
ਇਹ ਵੀ ਨਰਕਾਂ ਨੂੰ ਜਾਵੇਗਾ। ਬਚਤ ਨਹੀਂ ਦੀਖਤ ਮਰ ਰਹੈ। ਮਹਾਰਾਜ ਕਹਿੰਦੇ ਬਚੇਗਾ ਨਹੀਂ, ਤੁਹਾਡੇ ਸਾਹਮਣੇ ਦੀ ਗੱਲ ਹੈ, ਬਚੇਗਾ ਨਹੀਂ, ਵੇਖਦਿਆਂ ਵੇਖਦਿਆਂ ਮਰ ਜਾਵੇਗਾ। ਆਜ ਕਾਲ ਮਹਿ ਮ੍ਰਿਤ ਕੋ ਲਹੈ। ਲਓ ਮਹਾਰਾਜ ਨੇ ਟਾਈਮ ਹੀ ਬੜਾ ਥੋੜਾ ਕਰਤਾ ਜੀ ਉਹਦਾ ਜੀ। ਸਤਿਗੁਰੂ ਕਹਿਣ ਲੱਗੇ ਅੱਜ ਕੱਲ ਚ ਹੀ ਮਰ ਜਾਏਗਾ। ਬਸ ਇੱਕ ਅੱਧੇ ਦਿਨ ਵਿੱਚ ਭਗਵਾਨ ਦਾਸ ਘੇਰੜ ਇਹ ਮਰ ਜਾਵੇਗਾ। ਇਮ ਕਹਿ ਮੌਨ ਕਰੀ ਜਗਨਾਥ। ਜਗਤ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬਚਨ ਕਰਕੇ ਸਾਧ ਸੰਗਤ ਜੀ ਮੌਨ ਧਾਰਨ ਕਰ ਲਈ। ਬਨੇ ਕੋਟ ਵੱਡ ਤੂਰਨ ਸਾਥ। ਤੇ ਸਾਧ ਸੰਗਤ ਜੀ ਗੁਰਸਿੱਖ ਬੜੀ ਰੁਚੀ ਨਾਲ ਬਹੁਤ ਛੇਤੀ ਕਰ ਰਹੇ ਆ ਤੇ ਉਥੇ ਵੱਡਾ ਕਿਲਾ ਬਣਾ ਰਹੇ ਹਨ। ਮਾਨਵ ਲੱਗੇ ਕਾਰ ਸਮੁਦਾਏ। ਬੜੇ ਸਿੱਖ ਲੱਗੇ ਆ। ਇਹ ਗੁਰਸਿੱਖ ਜਿਵੇਂ ਗਰੁੱਪ ਬਣੇ ਹੁੰਦੇ ਨਾ, ਸਮੁਦਾਇ, ਝੁੰਡਾਂ ਦੇ ਝੁੰਡ, ਗੁਰਸਿੱਖ ਜਿਹੜੇ ਆ ਉਹ ਸੇਵਾ ਕਰ ਰਹੇ ਹਨ। ਖਰੇ ਸਿੱਖ ਕਹਿ ਕਹਿ ਬਨਵਾਏ। ਤੇ ਸਾਧ ਸੰਗਤ ਜੀ ਕਾਮੇ, ਕਾਰੀਗਰ, ਮਜ਼ਦੂਰ ਕੰਮ ਕਰ ਰਹੇ ਆ। ਜਿਹੜੇ ਸਿਆਣੇ ਸਿੱਖ ਹੈ ਨਾ, ਮੁਖੀ ਸਿੱਖ, ਬਾਬਾ ਬਿਧੀ ਚੰਦ ਜੀ ਜੈਸੇ, ਭਾਈ ਜੇਠਾ ਜੀ ਜੈਸੇ ਸਿਆਣੇ ਸਿਆਣੇ ਗੁਰਸਿੱਖ ਸਾਧ ਸੰਗਤ ਜੀ ਉਹ ਫਿਰ ਖਲੋ ਕੇ ਕਾਰ ਸੇਵਾ ਕਰਵਾ ਰਹੇ ਹਨ। ਸੁਨ ਮਿਹਨਤ ਨਰ ਆਵਤ ਧਾਈ। ਸੁਣ ਸੁਣ ਕੇ ਮਜ਼ਦੂਰ ਆਉਂਦੇ ਆ, ਉਹਨਾਂ ਵਿਚਾਰਿਆਂ ਨੂੰ ਵੀ ਦਿਹਾੜੀ ਮਿਲੇਗੀ। ਉਹ ਆਉਂਦੇ ਆ, ਭੱਜੇ ਆਉਂਦੇ ਹਨ। ਬਿਧੀ ਚੰਦ ਕਹਿ ਸਬਨ ਲਗਾਈ। ਤੇ ਬਾਬਾ ਬਿਧੀ ਚੰਦ ਜੀ ਦੀ ਡਿਊਟੀ ਲਾਈ ਮਹਾਰਾਜ ਨੇ। ਉਹ ਫਿਰ ਸਾਰਿਆਂ ਨੂੰ ਕਹਿ ਕੇ ਕਿਸੇ ਨੂੰ ਕਿਸੇ ਬੰਨੇ ਲਾ ਦਿੰਦੇ ਆ, ਕਿਸੇ ਨੂੰ ਕਿਸੇ ਪਾਸੇ ਲਾ ਦਿੰਦੇ ਹਨ। ਤਿਸ ਦਿਨ ਕੇਤਕ ਹੋਏ ਸਤਿਆਰ। ਬਸ ਉਸੇ ਦਿਨ ਅਰਦਾਸ ਕੀਤੀ, ਨੀਂਹ ਰੱਖੀ ਸੀ ਨਾ, ਜਿਸ ਦਿਨ ਨੀਂਹ ਰੱਖੀ ਉਸੇ ਦਿਨ ਹੀ ਕਾਫੀ ਤਿਆਰ ਹੋ ਗਿਆ। ਸੰਧਿਆ ਲੱਗ ਭਈ ਸ਼ੀਗਰ ਸੋਕਾਰ। ਸ਼ਾਮ ਤੱਕ ਤਾਂ ਛੇਤੀ ਛੇਤੀ ਗੁਰਸਿੱਖਾਂ ਬੜਾ ਕੰਮ ਖਿੱਚਤਾ ਜੀ, ਬਹੁਤ ਛੇਤੀ ਕਾਰਜ ਕਰ ਦਿੱਤਾ। ਭਰੀ ਨਿਸਾ ਤੇ ਸਭ ਪੁਰ ਸੋਏ। ਇਹ ਸਾਧ ਸੰਗਤ ਫਿਰ ਰਾਤ ਪਈ, ਭਜਨ ਵੀ ਹੋਇਆ ਤੇ ਭੋਜਨ ਵੀ ਹੋਇਆ ਤੇ ਫਿਰ ਸਭ ਨੇ ਆਰਾਮ ਕੀਤਾ। ਜਾਗੇ ਬਹੁਰ ਪ੍ਰਾਤ ਕੋ ਜੋਏ। ਫਿਰ ਅਗਲਾ ਦਿਨ ਚੜ੍ਹਿਆ ਸਾਧ ਸੰਗਤ ਜੀ, ਸਾਰੇ ਜਾਗਰਤ ਹੋਏ। ਹੋਣ ਲੱਗਿਓ ਤੈਸੇ ਤਬ ਕਾਜ। ਫਿਰ ਸੇਵਾ ਸ਼ੁਰੂ ਹੋ ਗਈ ਜੀ। ਉੱਥੇ ਬੜੀ ਵੱਡੀ ਚਾਰ ਦੀਵਾਰੀ ਸਤਿਗੁਰੂ ਕਰਾ ਰਹੇ ਸੀਗੇ, ਕਿਲਾ ਬਣਵਾ ਰਹੇ ਸਨ। ਉਹ ਸਾਰਾ ਕੁਝ ਹੋਣ ਲੱਗ ਪਿਆ। ਹੀਰਿਓ ਫੇਰ ਕਰ ਗੁਰ ਮਹਾਰਾਜ। ਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰਸਿੱਖਾਂ ਦੇ ਨਾਲ ਆਪ ਤੁਰ ਤੁਰ ਕੇ ਨਾ ਤੇ ਸਾਰਾ ਕਾਰਜ ਸਤਿਗੁਰੂ ਜੀ ਆਪ ਦੇਖ ਰਹੇ ਹਨ। ਸ਼੍ਰੀ ਮੁਖ ਤੇ ਸਭ ਕੋ ਫਰਮਾਇਓ। ਤੇ ਮਹਾਰਾਜ ਜਦੋਂ ਗੁਰਸਿੱਖਾਂ ਸੇਵਾ ਹੀ ਇਸ ਹਿਸਾਬ ਨਾਲ ਕੀਤੀ ਤੇ ਸਤਿਗੁਰੂ ਬਚਨ ਕਰਨ ਲੱਗੇ, ਕਰਿਓ ਤਿਆਰ ਜਨ ਬਨਿਓ ਬਨਾਇਓ। ਮਹਾਰਾਜ ਕਹਿੰਦੇ ਸ਼ਾਬਾਸ਼ ਗੁਰਸਿੱਖੋ, ਤੁਸੀਂ ਤਾਂ ਇੰਜ ਬਣਾਤਾ ਜਿਵੇਂ ਪਹਿਲਾਂ ਹੀ ਬਣਿਆ ਹੋਵੇ ਸਾਰਾ ਕੁਝ, ਇੰਨੀ ਛੇਤੀ ਬਣਾ ਦਿੱਤਾ। ਦਿਓ ਦਰਬ ਦੁਗਨੀ ਸੋ ਮਜੂਰੀ। ਮਹਾਰਾਜ ਬਾਬਾ ਬਿਧੀ ਚੰਦ ਜੀ ਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਦੁੱਗਣੀ ਮਜ਼ਦੂਰੀ ਦਿਓ ਮਜ਼ਦੂਰਾਂ ਨੂੰ। ਗੁਰੂ ਘਰ ਕਿਸੇ ਦਾ ਹੱਕ ਨਹੀਂ ਰੱਖਦਾ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਇਹਨਾਂ ਨੂੰ ਦੁੱਗਣੀ ਮਜ਼ਦੂਰੀ ਦਿਓ, ਕਿਉਂ ਇਹਨਾਂ ਕਾਰਜ ਬਹੁਤ ਕੀਤਾ ਹੈ। ਲੈ ਸਭ ਕਰਤ ਪ੍ਰੇਮ ਤੇ ਰੂਰੀ। ਉਹ ਫਿਰ ਜਦੋਂ ਦੁੱਗਣੀ ਮਜ਼ਦੂਰੀ ਮਿਲਦੀ ਨਾ, ਫਿਰ ਉਹ ਹੋਰ ਪਿਆਰ ਨਾਲ ਸਾਧ ਸੰਗਤ ਜੀ ਸੇਵਾ ਕਰਨ ਲੱਗੇ। ਸਤਿਗੁਰ ਬੈਠੇ ਲਾਏ ਦੀਵਾਨ। ਧੰਨ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਫਿਰ
ਦੀਵਾਨ ਅਸਥਾਨ ਤੇ ਆ ਕੇ ਸੱਜ ਗਏ। ਨਿਕਟ ਸੁਪਟ ਗਨ ਜੇ ਸਾਵਧਾਨ, ਤੇ ਮਹਾਰਾਜ ਦੇ ਲਾਗੇ ਗੁਰੂ ਕੇ ਸਿਪਾਹੀ, ਗੁਰੂ ਕੇ ਮਹਾਰਾਜ ਦੇ ਯੋਧੇ, ਸ਼ਸਤਰਧਾਰੀ ਸਿੱਖ ਆ ਕੇ ਸੱਜ ਗਏ। ਜਾਮ ਦਿਵਸ ਜਬ ਚੜ ਕਰ ਆਇਓ, ਜਦੋਂ ਪੂਰਾ ਇੱਕ ਪਹਿਰ ਦਿਨ ਚੜ ਗਿਆ ਨਾ, ਸੂਰਜ ਨਿਕਲਿਆ ਤੇ ਬਹੁਤ ਸੋਹਣਾ ਵਾਤਾਵਰਣ ਬਣ ਗਿਆ। ਘੇਰੜ ਦੇਖਿਓ ਲੀਨ ਬਨਾਇਓ, ਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਫਿਰ ਘੇਰੜ ਦੇਖਿਓ ਲੀਨ ਬਨਾਇਓ। ਭਗਵਾਨ ਦਾਸ ਘੇਰੜ ਤੁਰਿਆ ਫਿਰੇ ਉੱਥੇ, ਉਹਨੇ ਵੇਖਿਆ ਕਿ ਇਹ ਤਾਂ ਕਿੱਡਾ ਹੀ ਇੰਨਾ ਬੜੀ ਵੱਡੀ ਚਾਰ ਦੀਵਾਰੀ ਕਰ ਲਈ ਹੈ। ਹਾਂਜੀ, ਅਦਕ ਕ੍ਰੋਧ ਤੇ ਪੂਰਨ ਹੋਇਓ, ਬਸ ਫਿਰ ਗੁੱਸੇ ਨਾਲ ਭਰ ਗਿਆ ਜੀ। ਕਿਉਂ? ਉਹ ਮਾਲਕ ਸਮਝਦਾ ਸੀ ਨਾ, ਧੱਕੇ ਨਾਲ ਮਾਲਕ ਬਣਿਆ ਸੀ ਉਸ ਜ਼ਮੀਨ ਦਾ। ਉਹਨੂੰ ਬੜਾ ਗੁੱਸਾ ਆਇਆ। ਗੁਰ ਈਰਖਾ ਦੁਖ ਹਿਰਦਾ ਪਰੋਇਓ, ਈਰਖਾ ਸੀ ਨਾ, ਈਰਖਾ। ਤੇ ਸਾਧ ਸੰਗਤ ਜੀ, ਈਰਖਾ ਕਦੀ ਵੀ ਬੰਦੇ ਨੂੰ ਸੁਖੀ ਨਹੀਂ ਹੋਣ ਦਿੰਦੀ। ਇਹ ਸਤਿਗੁਰੂ ਮਿਹਰ ਕਰੇ, ਇਸ ਮਾੜੇ ਰੋਗ ਤੋਂ ਬਚਾਵੇ ਜੀ। ਮਹਾਰਾਜ ਦਾ ਤੇਜ ਪ੍ਰਤਾਪ ਵੇਖ ਕੇ ਉਹ ਦੁਖੀ ਹੋਇਆ ਨਾ ਜੀ, ਈਰਖਾ ਹੋ ਗਈ ਵੀ ਇਹਨਾਂ ਦਾ ਐਡਾ ਵੱਡਾ ਪ੍ਰਤਾਪ, ਉਮਰ ਵੀ ਛੋਟੀ ਮੇਰੇ ਤੋਂ ਇਹਨਾਂ ਦੀ, ਇਹ ਵੱਡੀ ਉਮਰ ਦਾ ਸੀ। ਈਰਖਾ ਹੋ ਗਈ ਜੀ। ਤੇ ਈਰਖਾ ਸੁਖੀ ਨਹੀਂ ਰਹਿਣ ਦਿੰਦੀ, ਬੰਦੇ ਨੂੰ ਬੜਾ ਭੜਕਾਉਂਦੀ ਹੈ ਸਾਧ ਸੰਗਤ ਜੀ। ਸੋ ਇਹ ਬਹੁਤ ਦੁਖੀ ਹੋ ਗਿਆ। ਮਹਾ ਪ੍ਰਤਾਪ ਦੀਪ ਸਮ ਜਾਨਾ, ਸਤਿਗੁਰਾਂ ਦਾ ਪ੍ਰਤਾਪ ਜਿਹੜਾ ਹੈ ਉਹ ਜਿਵੇਂ ਬਹੁਤ ਵੱਡਾ ਦੀਵਾ ਬਲਦਾ ਹੈ ਨਾ, ਉਹਦਾ ਚਾਨਣ ਹੁੰਦਾ ਹੈ, ਇਸ ਤਰ੍ਹਾਂ ਦਾ ਪ੍ਰਤਾਪ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਪਰਬੇ ਚਾਹੈ ਪਤੰਗ ਸਮਾਨਾ, ਪਰ ਸਾਧ ਸੰਗਤ ਜੀ ਇਹ ਪਤੰਗੇ ਵਰਗਾ। ਪਤੰਗਾ ਗਿਆ ਦੀਵਾ ਬੁਝਾਉਣ ਵਾਸਤੇ ਤੇ ਆਪ ਹੀ ਸੜ ਗਿਆ ਸੀਗਾ ਜੀ। ਇਹ ਹਾਲ ਇਹਦਾ ਹੈ। ਸ਼ਾਹ ਜਹਾਂ ਬਲ ਤੇ ਗਰਬੰਤਾ, ਇਹਨੂੰ ਹਉਮੈ ਪਤਾ ਕਾਹਦੀ ਸੀ? ਘੇਰੜ ਨੂੰ ਮਾਣ ਸੀਗਾ ਸ਼ਾਹਜਹਾਂ ਉੱਤੇ, ਵੀ ਸ਼ਾਹਜਹਾਂ ਦਾ ਮੈਂ ਨੇੜੇ ਦਾ ਆ। ਉਹ ਭਾਵੇਂ ਇਹਦਾ ਨਾਮ ਵੀ ਨਾ ਜਾਣਦਾ ਹੋਵੇ, ਪਰ ਇਹਨੂੰ ਬੜਾ ਮਾਣ ਸੀਗਾ ਜੀ ਵੀ ਸ਼ਾਹਜਹਾਂ ਮੇਰਾ। ਹਾਂਜੀ, ਕਾਲ ਨਿਕਟ ਪਾ ਨਹੀਂ ਲਖੰਤਾ, ਪਰ ਇਹਨੂੰ ਇਹ ਨਹੀਂ ਪਤਾ ਵੀ ਮੌਤ ਮੇਰੀ ਨੇੜੇ ਆ ਗਈ। ਕਿਉਂ? ਮਹਾਰਾਜ ਨੇ ਤੇ ਕੱਲ ਹੀ ਬਚਨ ਕਰਤਾ ਵੀ ਇਹਦਾ ਇੱਕ ਅੱਧਾ ਦਿਨ ਹੀ ਹੈਗਾ ਜੀ। ਹਾਂਜੀ, ਆਇਓ ਚੱਲ ਕਰ ਸ੍ਰੀ ਗੁਰ ਓਰੀ, ਬਸ ਫਿਰ ਦੁਸ਼ਟ ਭਗਵਾਨ ਦਾਸ ਘੇਰੜ ਇਹ ਸਤਿਗੁਰਾਂ ਵੱਲ ਆਇਆ ਹੈ। ਫੂਲ ਪਾਗ ਸਿਰ ਹਾਥ ਸਟੌਰੀ, ਹਾਂ, ਵੱਡਾ ਮੋਟਾ ਸਰੀਰ ਹੈ, ਵੱਡੀ ਜੀ ਢਿੱਲੀ ਜੀ ਪੱਗ ਬੰਨੀ ਹੈ, ਹੱਥ 'ਚ ਸੋਟੀ ਫੜੀ ਹੈ। ਮਹਾ ਮੂੜ ਕੁੜਿਆਰ ਕੁਪੱਤਾ, ਮਹਾਮੂਰਖ, ਮਹਾਮੂਰਖ। ਵੀ ਚਲੋ ਕਈ ਲੋਕ ਤੇ ਬਰਾਬਰ ਦੇ ਨਾਲ ਈਰਖਾ ਕਰਦੇ, ਤੇ ਕਈ ਆਪ ਤੋਂ ਵੱਡੇ ਨਾਲ ਹੀ ਕਰੀ ਜਾਂਦੇ ਆ। ਇਹ ਸਤਿਗੁਰਾਂ ਨਾਲ ਕਰੀ ਜਾਂਦਾ ਈਰਖਾ ਜੀ। ਮਹਾਮੂਰਖ, ਮਹਾਮੂਰਖ। ਕੁਪੱਤਾ ਹੈ, ਕੂੜਿਆਰ। ਜਿਹੜਾ ਝੂਠੇ ਰਸਤੇ ਚੱਲਦਾ ਉਹਨੂੰ ਕੂੜਿਆਰ ਕਹਿੰਦੇ ਆ। ਸੋ ਇਹ ਕੂੜਿਆਰ ਹੈ। ਚਹਿਤ ਨਿਕਟ ਜੈਬੇ ਚਵਗੱਤਾ, ਇਹ ਫਿਰ ਨਾ ਸਾਧ ਸੰਗਤ ਜੀ ਚਵਗੱਤੇ ਕੋਲ ਜਾਣਾ ਚਾਹੁੰਦਾ। ਚਵਗੱਤੇ ਕੋਲ ਭਾਵ ਸ਼ਾਹਜਹਾਂ ਕੋਲ ਜਾਣਾ ਚਾਹੁੰਦਾ ਹੈ। ਇਸ ਕੋ ਆਜ ਡਰਾਉ ਬਿਸਾਲਾ, ਪਤਾ ਕੀ ਕਹਿੰਦਾ ਮਹਾਰਾਜ ਦੇ ਬਾਰੇ? ਜਾਂਦਾ ਜਾਂਦਾ ਸੋਚਦਾ ਵੀ ਅੱਜ ਨਾ ਮੈਂ ਹਰਗੋਬਿੰਦ ਸਾਹਿਬ ਨੂੰ ਡਰਾਉਣਾ ਹੈ। ਜੇ ਸੁਣ ਕਰ ਜਾਵਹਿ ਕਰ ਟਾਲਾ, ਵੀ ਜਿਹਨੂੰ ਸੁਣ ਕੇ ਤੇ ਭੱਜ ਹੀ ਜਾਣਗੇ ਇੱਥੋਂ, ਇਹ ਨਗਰ ਛੱਡ ਜਾਣਗੇ। ਨਾਹਿ ਤਾਂ ਲਸ਼ਕਰ ਕੋ ਲੈ ਆਉ, ਨਹੀਂ ਤਾਂ ਫਿਰ ਫੌਜ ਲੈ ਆਵਾਂਗਾ ਬਾਦਸ਼ਾਹ ਦੀ। ਹਾਂਜੀ, ਪਰ ਧਰ ਰੋਕਨ ਫਲ ਦਿਖਰਾਉ, ਤੇ ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਪਰ ਧਨ ਰੋਕਨ ਫਲ ਦਿਖਰਾਉ। ਪਰ ਧਰ ਆਪਣੀ ਧਰਤੀ ਸਮਝਦਾ ਹੈ ਨਾ, ਕਹਿੰਦਾ ਇਹ ਗੁਰੂ ਹਰਗੋਬਿੰਦ ਸਾਹਿਬ ਲਈ ਪਰਾਈ ਧਰਤੀ ਹੈ,
ਤੇ ਮੈਂ ਦੱਸਾਂਗਾ ਵੀ ਕਿਸੇ ਦੀ ਜ਼ਮੀਨ ਤੇ ਆ ਕੇ ਮਾਲਕ ਕਿਵੇਂ ਬਣੀਦਾ ਹੈ। ਭੁਲੇਖਾ ਸੀਗਾ ਉਹਦਾ, ਇਹਦਾ ਕਿਹੜਾ ਪਤਾ ਸੀਗਾ ਜੀ, ਇਹਨੇ ਕਬਜ਼ਾ ਹੀ ਕੀਤਾ ਸੀ। ਨਾਲੇ ਸਤਿਗੁਰਾਂ ਨੇ ਨਗਰ ਵਸਾਉਣਾ, ਮਾਲਕੀ ਇਹਨੂੰ ਦੇਣੀ ਸੀਗੀ, ਪਰ ਇਹ ਪੁੱਠਾ ਚੱਲ ਪਿਆ। ਕਹਿਓ ਜਾਏ ਕਿ ਮਾਰਿਓ ਜਾਈ। ਦੁਸ਼ਟ ਆਪਣੇ ਮਨ ਵਿੱਚ ਸੋਚਦਾ ਵੀ ਜਾਂ ਤਾਂ ਹਰਗੋਬਿੰਦ ਜੀ ਫੜੇ ਜਾਣਗੇ ਜਾਂ ਫਿਰ ਫੌਜਾਂ ਨਾਲ ਲੜਦੇ ਮਰ ਜਾਣਗੇ। ਆਗੇ ਰਹਿਓ ਸ਼ਾਹੋ ਰਿਸ ਪਾਈ। ਵੀ ਮੈਂ ਸ਼ਾਹਜਹਾਂ ਨੂੰ ਭੜਕਾਉਣਾ ਹੈ ਜਾ ਕੇ, ਵੀ ਬਾਦਸ਼ਾਹ ਨੂੰ ਤੇ ਅੱਗੇ ਹੀ ਗੁੱਸਾ ਹੈ ਇਹਨਾਂ ਉੱਤੇ। ਹਾਂਜੀ, ਇਮ ਚਿਤ ਮੈਂ ਚਿਤਵਤ ਚੱਲ ਆਇਓ। ਮਹਾ ਮੂਰਖ ਮੋਟੀ ਮਤ ਦਾ ਮੋਟਾ ਘੇਰੜ, ਇਹ ਸੋਚਦਾ ਸੋਚਦਾ ਸਤਿਗੁਰਾਂ ਵੱਲ ਆ ਰਿਹਾ ਹੈ। ਜਹਾਂ ਬੈਠ ਗੁਰਦੇਵ ਸੁਹਾਇਓ। ਜਿੱਥੇ ਬੈਠੇ ਗਰੀਬ ਨਵਾਜ ਸਤਿਗੁਰੂ ਜੀ ਬਹੁਤ ਫੱਬ ਰਹੇ ਹਨ। ਬੋਲਿਓ ਮੂਰਖ ਨਮੋ ਨਾ ਕੀਨੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਮੂਰਖ ਨੇ ਸਤਿਗੁਰਾਂ ਨੂੰ ਨਮਸਕਾਰ ਵੀ ਨਹੀਂ ਕੀਤੀ ਜੀ। ਐਡੀ ਇਹਦੇ ਅੰਦਰ ਹਉਮੈ ਭਰੀ ਹੋਈ ਸੀਗੀ ਜੀ। ਮੱਥਾ ਨਹੀਂ ਟੇਕਿਆ, ਨਮਸਕਾਰ ਨਹੀਂ ਕੀਤੀ। ਆ ਕੇ ਕਹਿਣ ਲੱਗਾ, ਜਾਤ ਮਾਨ ਰਿਸ ਮੈਂ ਮਤ ਭੀਨੀ। ਬੜੇ ਮਾਣ ਵਿੱਚ ਤੁਰਿਆ ਆਇਆ ਜੀ। ਮਤ ਜਿਹੜੀ ਹੈ ਗੁੱਸੇ ਵਿੱਚ ਭਰੀ ਹੋਈ ਹੈ। ਨਹੀਂ ਟਰਿਓ ਕਰਬੇ ਉਤਪਾਤ। ਮਹਾਰਾਜ ਨੂੰ ਕਹਿਣ ਲੱਗਾ, ਫਿਰ ਕਹਿੰਦਾ ਤੁਸੀਂ ਟਲੇ ਨਹੀਂ ਨਾ ਫਿਰ ਉਤਪਾਤ ਕਰਨ ਤੋਂ। ਸਤਿਗੁਰਾਂ ਨੂੰ ਕਹਿੰਦਾ, ਉਹ ਤਾਂ ਦਾਸ ਤੁਸੀਂ ਸ਼ਬਦ ਵਰਤ ਰਹੇ ਹੋ, ਉਹ ਤੇ ਤੂੰ ਹੀ ਕਹਿੰਦਾ ਸੀ ਮਹਾਰਾਜ ਨੂੰ। ਉਹਨੂੰ ਤਾਂ ਅਕਲ ਨਹੀਂ ਸੀ। ਚਲੋ ਅਸੀਂ ਉਹਦੀ ਬੋਲੀ ਬੋਲਣ ਤੋਂ ਵੀ ਡਰ ਲੱਗਦਾ। ਉਹ ਦੁਸ਼ਟ ਦੀ ਬੋਲੀ ਤੇ ਆਪਾਂ ਦੇ ਸਤਿਗੁਰਾਂ ਦੇ ਸਿੱਖ ਆ ਸਾਧ ਸੰਗਤ ਜੀ। ਕਹਿੰਦਾ ਟਲੇ ਨਹੀਂ ਤੁਸੀਂ। ਸਮਝਿਓ ਭਲੀ ਨਾ ਆਪਣੀ ਬਾਤ। ਤੁਸੀਂ ਭਲਾ ਨਹੀਂ ਸਮਝਿਆ ਮੇਰੀ ਗੱਲ ਵਿੱਚ ਜੋ ਕਿਹਾ ਸੀ। ਕਰਨ ਬੁਰਾ ਨਿਜ ਕੋ ਕਿਮ ਚਾਹਤ। ਮੂਰਖ ਆ ਕੇ ਖਲੋ ਕੇ ਕਹਿੰਦਾ ਵੀ ਭਲਾ ਕੋਈ ਆਪਣਾ ਬੁਰਾ ਕਿਉਂ ਕਰੇਗਾ। ਸਰਪ ਸ਼ੇਰ ਕੋ ਗਹਿਨ ਉਮਾਹਤ। ਤੁਸੀਂ ਕਰ ਰਹੇ ਹੋ। ਕਹਿੰਦਾ ਸੱਪ ਨੂੰ ਸ਼ੇਰ ਨੂੰ ਫੜਨਾ ਚਾਹੁੰਦੇ ਹੋ। ਹਾਂਜੀ, ਕਿਉਂ ਚਾਹਤ ਨਿਜ ਪ੍ਰਾਨਨ ਹਾਨਾ। ਦੁਸ਼ਟ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਆਪਣੇ ਪ੍ਰਾਣ ਕਿਉਂ ਗਮਾਉਣਾ ਚਾਹੁੰਦੇ ਹੋ। ਮਮ ਜੀਵਤ ਕਿਮ ਬਸੇ ਸਥਾਨਾ। ਮੇਰੇ ਜੀਂਦਿਆਂ ਜੀ ਇਹ ਨਗਰ ਨਹੀਂ ਵਸੇਗਾ। ਤਾਂ ਮਹਾਰਾਜ ਨੇ ਮਾਰ ਕੇ ਵਸਾ ਦੇਣਾ ਜੀ। ਇਹ ਕਿਹੜੀ ਵੱਡੀ ਗੱਲ ਹੈ। ਕਹਿੰਦਾ ਵੀ ਮੇਰੇ ਜੀਂਦਿਆਂ ਜੀ ਇਹ ਕਿਵੇਂ ਵਸੇਗਾ। ਸ਼ਾਹਜਹਾਂ ਕੋ ਸਮਝਤ ਨਾਹੀ। ਵੀ ਤੁਸੀਂ ਸ਼ਾਹਜਹਾਂ ਨੂੰ ਕੁਝ ਸਮਝਦੇ ਨਹੀਂ ਹੋ। ਕਹਿੰਦਾ ਤੁਹਾਨੂੰ ਸ਼ਾਹਜਹਾਂ ਦੀ ਤਾਕਤ ਦਾ ਨਹੀਂ ਪਤਾ। ਨਾਹਕ ਮਰੇ ਕੈਦ ਕੀ ਮਾਹੀ। ਕਹਿੰਦਾ ਅੱਗੇ ਤਾਂ ਕੈਦ ਚੋਂ ਛੁੱਟ ਗਏ ਹੋ, ਪਰ ਹੁਣ ਕੈਦ ਚ ਪਾਉ ਤੇ ਛੁੱਟੋਗੇ ਨਹੀਂ। ਹਾਂਜੀ, ਸ਼੍ਰੀ ਹਰਿ ਗੋਬਿੰਦ ਸੁਨਤ ਬਖਾਨਾ। ਇਹ ਹੁਣ ਜ਼ਿਆਦਾ ਹੀ ਹੱਦਾਂ ਹੀ ਪਾਰ ਕਰੀ ਜਾਂਦਾ ਹੈ ਨਾ। ਵੇਖੋ ਇਹ ਤੀਜੀ ਵਾਰੀ ਆ ਗਿਆ ਜੀ ਮਾੜਾ ਬੋਲਣ ਵਾਸਤੇ। ਤੇ ਤੀਜਾ ਫਿਰ ਮੌਕਾ ਜਿਹੜਾ ਹੈ ਨਾ, ਤੀਜੇ ਮੌਕੇ ਤੋਂ ਬਾਅਦ ਨਹੀਂ ਮੌਕਾ ਮਿਲਦਾ। ਹੱਦਾਂ ਹੀ ਪਾਰ ਕਰੀ ਜਾਂਦਾ ਸੀ, ਈਰਖਾ ਦੀਆਂ ਹੱਦਾਂ ਹੀ ਪਾਰ ਕਰੀ ਜਾਂਦਾ ਸੀ ਬੋਲਣ ਦੀਆਂ। ਸਤਿਗੁਰੂ ਫਿਰ ਇਹਨੂੰ ਕਹਿਣ ਲੱਗੇ, ਮਰਿਓ ਚਾਹਤ ਕਿਉਂ ਮੂੜ ਮਹਾਨਾ। ਉਹ ਮੂਰਖਾ ਕਿਉਂ ਮਰਨਾ ਚਾਹੁੰਦਾ। ਮਹਾਰਾਜ ਕਹਿਣ ਲੱਗੇ, ਮੂਰਖਾ ਕਿਉਂ ਮਰਨਾ ਚਾਹੁੰਦਾ ਹੈ। ਸ਼ਾਹਜਹਾਂ ਰਹਿ ਕਿਸ ਥਾਈ। ਉਹ ਸ਼ਾਹਜਹਾਂ ਤੇ ਕਿਤੇ ਰਹਿੰਦਾ। ਮਹਾਰਾਜ ਕਹਿਣ ਲੱਗੇ, ਹਾਂਜੀ, ਮਾਰਿਓ ਮਰੇ ਕੂਰ ਬਿਨ ਆਈ। ਇਹ ਨਾ ਹੋਵੇ ਤੂੰ ਸ਼ਾਹਜਹਾਂ ਨੂੰ ਪੁਕਾਰਦਾ ਰਵੇਂ ਤੇ ਉਸ ਕੂੜੇ ਦਾ ਤੇ ਪਤਾ ਕੋਈ ਨਹੀਂ, ਤੂੰ ਇੱਥੇ ਹੀ ਮਰ ਜਾਏ। ਕਹਿਣ ਲੱਗੇ, ਹਾਂਜੀ, ਪ੍ਰਾਨ ਉਬਾਰ ਦ੍ਰਿਸ਼ਟ ਤੇ ਟਰੋ। ਇਸ ਕਰਕੇ ਪਰਾਂ ਹੋ ਜਾ ਇੱਥੋਂ, ਚਲੇ ਜਾ ਇੱਥੋਂ। ਮਹਾਰਾਜ ਕਹਿਣ ਲੱਗੇ ਤੇਰੀ ਜਾਨ ਬਚ ਜਾਵੇਗੀ। ਨਹਿ ਆਵਨ ਇਤ ਕੋ ਕਬ ਕਰੋ। ਤੇ ਜਾ ਚਲੇ ਜਾ, ਤੈਨੂੰ ਮੌਕਾ ਦਿੰਨੇ ਆ। ਮੁੜ ਇੱਥੇ ਸਾਡੇ ਕੋਲ ਨਾ ਆਵੀਂ। ਮਹਾਰਾਜ ਨੇ
ਸਾਧ ਸੰਗਤ ਜੀ, ਸਤਿਗੁਰਾਂ ਨੇ ਉਹਨੂੰ ਫਿਰ ਮੌਕਾ ਦੇ ਦਿੱਤਾ ਜੀ। ਭਾਵੇਂ ਕਿ ਉਹ ਮਾੜਾ ਬੋਲ ਰਿਹਾ, ਪਰ ਸਤਿਗੁਰੂ ਫਿਰ ਮੌਕਾ ਦਿੰਦੇ ਹਨ। ਸ਼ਾਹ ਭਰੋਸੇ ਮੈਂ ਮਰ ਜਾਹੈ। ਮਹਾਰਾਜ ਕਹਿੰਦੇ ਕਿਤੇ ਐਵੇਂ ਆਪਣੇ ਬਾਦਸ਼ਾਹ ਦੇ ਭਰੋਸੇ ਮਾਰੀ ਨਾ ਜਾਵੀਂ ਸਾਡੇ ਹੱਥੋਂ, ਐਵੇਂ ਇੱਥੋਂ ਮਰ ਨਾ ਜਾਵੀਂ ਬਾਦਸ਼ਾਹ ਦੇ ਭਰੋਸੇ ਰਹਿ ਕੇ। ਹਮ ਨੇ ਡਰੇ ਤੁਰਕ ਬਦ ਕਹਿ। ਮਹਾਰਾਜ ਕਹਿੰਦੇ ਫਿਰ ਅਸੀਂ ਨਹੀਂ ਉਹ ਟਲਣਾ, ਐਵੇਂ ਤੇਰਾ ਤੁਰੰਤ ਵੱਧ ਨਾ ਹੋ ਜਾਵੇ। ਸੁਨ ਘੇਰੜ ਕਰ ਕ੍ਰੋਧ ਬਖਾਨਤ। ਤੇ ਸਾਧ ਸੰਗਤ ਘੇਰੜ ਨੂੰ ਹੋਰ ਗੁੱਸਾ ਚੜ ਗਿਆ। ਗੁੱਸੇ ਵਿੱਚ ਸਤਿਗੁਰਾਂ ਨੂੰ ਕਹਿਣ ਲੱਗਾ, ਅਜੋ ਨ ਸ਼ਾਹੋ ਜਹਾਂ ਕੋ ਜਾਨਤ। ਕਹਿੰਦਾ ਤੁਸੀਂ ਅਜੇ ਵੀ ਸ਼ਾਹਜਹਾਂ ਨੂੰ ਨਹੀਂ ਮੰਨਦੇ। ਹਾਂਜੀ, ਜਿਸ ਤੇ ਆਦੀ ਰਾਤ ਪਲਾਇਓ। ਕਿਉਂਕਿ ਇਹ ਪੁੱਠਾ ਪ੍ਰਚਾਰ ਕੀਤਾ ਸੀ ਨਾ ਇਹਨਾਂ ਨੇ। ਕੱਲ ਵੀ ਬੇਨਤੀ ਕੀਤੀ ਸੀ, ਇੱਕ ਨੀਤੀ ਹੁੰਦੀ ਹੈ ਵੀ ਬੰਦੇ ਦਾ ਪ੍ਰਚਾਰ ਪੁੱਠਾ ਕਰ ਦਿਓ। ਇਹਨਾਂ ਨੇ ਇਹ ਪ੍ਰਚਾਰ ਪੁੱਠਾ ਕੀਤਾ ਵੀ ਸਤਿਗੁਰੂ ਸ਼ਾਹਜਹਾਂ ਤੋਂ ਡਰਦੇ ਹੋਏ ਅੰਮ੍ਰਿਤਸਰ ਛੱਡ ਕੇ ਚਲੇ ਗਏ। ਇਹ ਵੀ ਉਹ ਗੱਲ ਕਰਦਾ, ਕਹਿੰਦਾ ਜਿਸ ਕਰਕੇ ਅੱਧੀ ਰਾਤ ਤੁਸਾਂ ਅੰਮ੍ਰਿਤਸਰ ਛੱਡਿਆ। ਸਗਰੋ ਵਿਆਹ ਸਮਾਜ ਲੁਟਾਇਓ। ਕਿੱਡਾ ਵੱਡਾ ਤੁਹਾਡੀ ਬੱਚੀ ਦੇ ਵਿਆਹ ਵਿੱਚ ਵਿਘਨ ਪਿਆ। ਹਾਂਜੀ, ਨੀਠ ਨੀਠ ਕਿਉਂ ਹੂੰ ਬਚ ਰਹਿਓ। ਮਸਾਂ ਮਸਾਂ ਤੇ ਅੱਗੇ ਬਚੇ ਹੋ। ਅੰਧਕਾਰੀ ਮੈਂ ਕਿਨਹੋ ਨ ਲਹਿਓ। ਕਹਿਣ ਲੱਗਾ ਅਜੇ ਵੀ ਨਹੀਂ ਤੁਹਾਨੂੰ ਪਤਾ ਲੱਗਾ। ਹਾਂਜੀ, ਸੁਦਾ ਸਰੋਵਰ ਸਦਨ ਸ਼ਨਾਏ। ਤੁਹਾਡਾ ਅੰਮ੍ਰਿਤਸਰ ਸਰੋਵਰ ਸਭ ਕੁਝ ਖੋਇਆ ਗਿਆ। ਕੀਤਕ ਸਿੱਖ ਬਪਰੇ ਮਰਵਾਏ। ਕਿੰਨੇ ਸਿੱਖ ਤੁਹਾਡੇ ਜਿਹੜੇ ਆ ਉਹ ਵਿਚਾਰੇ ਮਾਰੇ ਗਏ ਹਨ। ਅਜੋ ਨ ਸਮਝਤ ਭਾ ਅਸਹਾਲ। ਇਹ ਮੂਰਖ ਸਤਿਗੁਰਾਂ ਨੂੰ ਕਹਿੰਦਾ ਤੁਸੀਂ ਅਜੇ ਵੀ ਸ਼ਾਹਜਹਾਂ ਦੀ ਤਾਕਤ ਨੂੰ ਨਹੀਂ ਮੰਨਦੇ। ਹਾਂਜੀ, ਕਰਤ ਫਿਰਤ ਉਤਪਾਤ ਵਿਸਾਲ। ਇਧਰ ਉਧਰ ਤੁਰੇ ਫਿਰਦੇ ਹੋ। ਅਬ ਕੈ ਸ਼ਾਹੋ ਨ ਸ਼ੋਰੈ ਤੋਹੀ। ਪਰ ਜੇ ਮੈਂ ਹੁਣ ਗਿਆ ਨਾ ਬਾਦਸ਼ਾਹ ਕੋ, ਕਹਿੰਦਾ ਹੁਣ ਨਹੀਂ ਉਹ ਤੁਹਾਨੂੰ ਛੱਡੇਗਾ। ਪਹੁੰਚਤ ਦੇਹੋ ਨਿਕਟ ਅਬ ਮੋਹੀ। ਬਸ ਮੈਨੂੰ ਪਹੁੰਚ ਲੈਣ ਦਿਓ ਇੱਕ ਵਾਰੀ। ਹਾਂਜੀ, ਸੁਨ ਸਤਿਗੁਰ ਬਹੁਰੋ ਸਮਝਾਵੈ। ਸਤਿਗੁਰਾਂ ਨੇ ਫਿਰ ਸਾਧ ਸੰਗਤ ਜੀ ਇਹ ਆਖਰੀ ਵਾਰੀ ਸਮਝਾਉਣਾ ਹੈ ਇਹਨੂੰ। ਮਹਾਰਾਜ ਗਰੀਬ ਨਵਾਜ, ਕਿਉਂਕਿ ਇਹ ਪੁੱਠੀਆਂ ਗੱਲਾਂ ਬੋਲ ਰਿਹਾ। ਵੇਖੋ ਗੁਰੂ ਸਾਹਿਬ ਤੋਂ ਵੱਡਾ ਧੀਰਜ ਕਿਹਦੇ ਵਿੱਚ ਹੋਏਗਾ ਜੀ। ਸਤਿਗੁਰਾਂ ਨੇ ਫਿਰ ਇਹਨੂੰ ਸਮਝਾਇਆ। ਹਮ ਤੋ ਸਮਝ ਰਹੇ ਜਿਮ ਭਾਵੈ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਸਮਝ ਗਏ ਆ, ਜਿਵੇਂ ਮਾਲਕ ਨੂੰ ਭਾਉਂਦਾ ਹੈ ਅਸੀਂ ਤਾਂ ਸਮਝ ਗਏ ਹਾਂ। ਸ਼ਾਹਜਹਾਂ ਸੰਗ ਮੇਰੋ ਝਗੜਾ। ਚੱਲ ਤੇਰੀ ਗੱਲ ਵੀ ਮੰਨ ਲਈਏ। ਕਹਿਣ ਲੱਗੇ ਜੇ ਸਾਡਾ ਝਗੜਾ ਹੈ ਸ਼ਾਹਜਹਾਂ ਨਾਲ ਤਾਂ ਸਾਡਾ ਹੈ ਨਾ, ਤੈਨੂੰ ਕੀ ਹੈ। ਸ਼ਾਹ ਲਖੇ ਕੈ ਸੋ ਹਮ ਸਗਰਾ। ਅਸੀਂ ਜਾਣੀਏ ਜਾਂ ਬਾਦਸ਼ਾਹ ਜਾਣੇ। ਹਾਂਜੀ, ਤੂੰ ਕਿਮ ਕਲਪਤ ਮੂੜ ਗਵਾਰ। ਮੂਰਖਾ ਤੂੰ ਕਿਉਂ ਕਲਪੀ ਜਾਣਾ। ਮਹਾਰਾਜ ਕਹਿਣ ਲੱਗੇ ਤੂੰ ਕਿਉਂ ਕਲਪੀ ਜਾਣਾ ਹੈ। ਤੈਨੂੰ ਕਾਹਦੀ ਕਲਪਨਾ ਲੱਗੀ ਹੈ। ਜੇ ਸ਼ਾਹਜਹਾਂ ਨਾਲ ਕੋਈ ਗੱਲ ਵੀ ਹੈ ਤੇ ਸਾਡੀ ਹੈ, ਤੇਰੀ ਤਾਂ ਨਹੀਂ ਹੈ। ਇਨ ਬਾਤਨ ਕੀ ਕਿਆ ਤੁਝ ਸਾਰ। ਤੈਨੂੰ ਇਹਨਾਂ ਗੱਲਾਂ ਦੀ ਸਾਰ ਕੀ ਹੈ ਵੀ ਅਸੀਂ ਜੰਗ ਕਿਉਂ ਕਰਦੇ ਹਾਂ। ਸਾਧ ਸੰਗਤ ਜੀ ਇਹ ਰਮਜ ਚ ਮਹਾਰਾਜ ਨੇ ਬਚਨ ਕੀਤਾ ਵੀ ਮਹਾਰਾਜ ਨੇ ਦੁਸ਼ਟਾਂ ਦਾ ਨਾਸ਼ ਕਰਨਾ ਹੈ। ਇਹ ਸਤਿਗੁਰਾਂ ਨੇ ਰਮਜ ਚ ਬਚਨ ਕੀਤਾ ਹੈ। ਸ਼ਿਮਾ ਧਰੀ ਅਬ ਲਾਓ ਤਵ ਉਪਰ। ਮਹਾਰਾਜ ਕਹਿੰਦੇ ਕਿ ਕਹਿਣ ਲੱਗੇ ਉਹ ਘੇਰੜ ਹੁਣ ਤੱਕ ਅਸੀਂ ਤੈਨੂੰ ਮਾਫ ਕਰਦੇ ਰਹੇ ਹਾਂ। ਨਾਹੇ ਤਾਂ ਮਰੇ ਪਰੇ ਖਲ ਭੂ ਪਰ। ਨਹੀਂ ਤਾਂ ਜੇ ਤੈਨੂੰ ਮਾਫ ਨਾ ਕਰਦੇ ਹੁਣ ਨੂੰ ਤੂੰ ਧਰਤੀ ਤੇ ਮਰਿਆ ਪਿਆ ਹੋਣਾ ਸੀ। ਕਹਿਣ ਲੱਗੇ ਅਸੀਂ ਤੈਨੂੰ ਮਾਫ ਕਰਦੇ ਰਹੇ ਹਾਂ। ਮੁਖ ਕੋ ਰੋਕ ਨਾ ਬੋਲ ਕਠੋਰਾ। ਹੁਣ ਆਪਣਾ ਮੂੰਹ ਬੰਦ ਕਰ ਲੈ, ਕਠੋਰ ਬੋਲੀ ਨਾ ਬੋਲ। ਨਤ ਆਈ ਅਪਦਾ ਅਬ ਘੋਰਾ। ਨਹੀਂ ਤਾਂ ਫਿਰ ਹੁਣ ਤੇਰੇ ਤੇ ਘੋਰ ਅਪਦਾ ਆ ਗਈ ਸਮਝ। ਕੋਈ ਨਾ ਹੋਏ ਹਿਮਾਇਤ ਤੇਰੀ। ਇਹ ਗੱਲ ਸੋਚ ਲੈ। ਫਿਰ ਜਦੋਂ ਅਸੀਂ ਕੁਝ ਕਰਨਾ ਹੈ ਨਾ
ਤੇ ਤੇਰੀ ਹਮਾਇਤ ਨਹੀਂ ਹੋ, ਹਾਮੀ ਨਹੀਂ ਹੋ ਕਿਸੇ ਨੇ ਭਰਨੀ। ਮਰ ਜਾਹੈ ਮੂਰਖ ਬਿਨ ਡੇਰੀ, ਬਿਨਾਂ ਦੇਰੀ ਮੂਰਖਾ ਤੂੰ ਮਰ ਜਾਣਾ ਕਹਿਣ ਲੱਗੇ। ਇਸ ਕਰਕੇ ਹੁਣ ਮੂੰਹ ਬੰਦ ਕਰ ਲੈ। ਜੇ ਪਿੱਛੇ ਵੱਡ ਹੋਏ ਲੜਾਈ, ਜੇ ਤੈਨੂੰ ਮਾਰਨ ਤੋਂ ਬਾਅਦ ਜੰਗ ਹੋ ਵੀ ਗਈ, ਤੋਹੇ ਕਹਾ ਨਹਿ ਪ੍ਰਾਨਨ ਪਾਈ। ਪਰ ਤੈਨੂੰ ਕਿਹੜਾ ਮੁੜ ਜ਼ਿੰਦਗੀ ਮਿਲ ਜਾਣੀ ਹੈ, ਪਹਿਲਾਂ ਤੈਨੂੰ ਮਾਰਾਂਗੇ ਕਹਿਣ ਲੱਗੇ। ਫਿਰ ਤੂੰ ਵੇਖੇਂਗਾ ਕੁਝ ਕਹਿਣ ਲੱਗੇ। ਜਦੋਂ ਤੂੰ ਮਾਰੀ ਗਿਆ, ਤੇਰੇ ਕੋਲ ਜੀਵਨ ਹੀ ਨਹੀਂ ਰਿਹਾ, ਤਾਂ ਫਿਰ ਤੇਰੇ ਪੱਲੇ ਕੀ ਰਹਿ ਗਿਆ? ਪਰੀ ਰਹਿ ਭੂਮੀ ਸਭ ਇਹਾ। ਮਹਾਰਾਜ ਕਹਿੰਦੇ ਫਿਰ ਧਰਤੀ ਇੱਥੇ ਹੀ ਪਈ ਰਹਿ ਜਾਣੀ ਆ, ਨਾਲ ਕੀ ਲੈ ਕੇ ਜਾਵੇਂਗਾ? ਗਏ ਤਿਆਗ ਸੇ ਗਿਨੀਐ ਕਹਾ। ਮਹਾਰਾਜ ਕਹਿੰਦੇ ਕਿੰਨੇ ਲੋਕ ਮਰ ਗਏ ਆ ਤੇਰੇ ਤੋਂ ਪਹਿਲਾਂ ਵੀ, ਜਿਹੜੇ ਇਸ ਧਰਤੀ ਤੇ ਆਏ, ਗਿਣਤੀ ਨਹੀਂ ਹੈ ਕਿੰਨੇ ਮਰ ਗਏ ਆ। ਹਾਂਜੀ, ਤੁਵਸ਼ਿਤ ਤੁਵ ਟਿਕ ਰਹਿ ਸਦਾਮੂ। ਮਹਾਰਾਜ ਕਹਿਣ ਲੱਗੇ ਘੇਰੜ, ਅਸੀਂ ਤਾਂ ਇਹ ਤੇਰੀ ਧਰਤੀ ਤੈਨੂੰ ਦੇ ਜਾਣੀ ਹੈ। ਜੇ ਤੂੰ ਮੰਨਦਾ ਨਾ ਵੀ ਤੇਰੀ ਹੈ ਨਹੀਂ ਤੇਰੀ, ਪਰ ਜੇ ਮੰਨਦਾ ਤਾਂ ਤੈਨੂੰ ਦੇ ਜਾਵਾਂਗੇ। ਕਰੇ ਕਿਤਕ ਦਿਨ ਹਮ ਬਿਸਰਾਮੂ। ਵੀ ਅਸੀਂ ਤਾਂ ਕੁਝ ਦਿਨ ਰਹਿਣਾ, ਇੱਥੇ ਆਰਾਮ ਕਰਾਂਗੇ, ਨਗਰ ਵਸਾ ਦਾਂਗੇ, ਤੇ ਨਗਰ ਦਾ ਮਾਲਕ ਤੂੰ ਬਣ ਜਾਈ ਕਹਿਣ ਲੱਗੇ। ਹਾਂਜੀ, ਰਾਖ ਮਾਲਕੀ ਆਪਨ ਸਦਾ। ਤੂੰ ਮਾਲਕੀ ਰੱਖੀ ਨਗਰ ਦੀ। ਵੇਖੋ ਮਹਾਰਾਜ ਤੇਰੀ ਟੌਰ ਵਧਾਉਣ ਲੱਗੇ ਸੀ ਘੇਰੜ ਦੀ, ਪਰ ਇਹਦੇ ਕੋਲੋਂ ਟੌਰ ਵੀ ਆਪਣੀ ਬਰਦਾਸ਼ਤ ਨਹੀਂ ਹੋ ਸਕੀ, ਈਰਖਾ ਦੇ ਵਸ ਸਾਧ ਸੰਗਤ ਜੀ। ਹਾਂਜੀ, ਹੋਏ ਆਗਵਨ ਹਮਾਰੋ ਕਦਾ। ਸਤਿਗੁਰੂ ਕਹਿਣ ਲੱਗੇ ਫਿਰ ਅਸੀਂ ਕੀ ਪਤਾ ਆਉਣਾ ਕਿ ਨਹੀਂ ਆਉਣਾ ਇੱਥੇ ਵਾਪਸ, ਤੇ ਤੂੰ ਨਗਰ ਵਿੱਚ ਰਹੀਂ, ਤੂੰ ਮੁਖੀ ਹੈ ਨਗਰ ਦਾ। ਹਾਂਜੀ, ਜੋ ਨਿਜ ਭਲਾ ਚਾਹੈ ਕਰ ਟਾਰਾ। ਇਸ ਕਰਕੇ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ, ਤੇ ਫਿਰ ਕਰ ਟਾਰਾ, ਆਪਣਾ ਇਹ ਫੁਰਨਾ ਛੱਡ ਦੇ। ਬੈਠ ਜਾ ਨਿਜ ਸਦਨ ਮਝਾਰਾ। ਜਾ ਕੇ ਆਪਣੇ ਘਰ ਸੁੱਖ ਨਾ ਬਹਿ ਜਾ ਕਹਿਣ ਲੱਗੇ। ਹਾਂਜੀ, ਕਬ ਲਾਓ ਸ਼ਿਮਾ ਧਰੇ ਹਮ ਐਸੇ। ਵੀ ਅਸੀਂ ਤੈਨੂੰ ਕਿੰਨਾ ਕੁ ਚਿਰ ਮਾਫ ਕਰਦੇ ਰਹੀਏ, ਤੂੰ ਮਾੜਾ ਬੋਲੀ ਜਾਏਗਾ, ਤੈਨੂੰ ਕਿੰਨਾ ਕੁ ਚਿਰ ਮਾਫ ਕਰਦੇ ਰਹਾਂਗੇ। ਸਾਧ ਸੰਗਤ ਦੀ ਮਾਫੀ ਦੀ ਵੀ ਇੱਕ ਸੀਮਾ ਹੁੰਦੀ ਹੈ, ਪਰ ਜੇ ਕੋਈ ਟਲੇ ਹੀ ਨਾ, ਫਿਰ ਸਾਧ ਸੰਗਤ ਜੀ ਤੁਸੀਂ ਸੁਣ ਹੀ ਲੈਣਾ ਵੀ ਕੀ ਕਰਨਾ ਮਹਾਰਾਜ ਨੇ ਘੇਰੜ ਦਾ। ਹਾਂਜੀ, ਚੰਦਨ ਸੀਤਲ ਹੋਵਤ ਜੈਸੇ। ਮਹਾਰਾਜ ਕਹਿਣ ਲੱਗੇ ਜਿਵੇਂ ਚੰਦਨ ਹੁੰਦਾ ਤੇ ਠੰਡਾ ਹੈ, ਜੇ ਕਰ ਤਿਸੇ ਕਸਾਏ ਕਨੇਰੇ। ਪਰ ਜੇ ਕੋਈ ਚੰਦਨ ਨੂੰ ਸਾਧ ਸੰਗਤ ਘਸਾਈ ਜਾਵੇ, ਉਪਜੈ ਅਗਨੀ ਵਧੇ ਵਧੇਰੇ। ਤੇ ਫਿਰ ਚੰਦਨ ਵਿੱਚੋਂ ਵੀ ਅੱਗ ਨਿਕਲ ਜਾਂਦੀ ਹੈ। ਉਦਾਂ ਚੰਦਨ ਠੰਡਾ ਹੈ, ਪਰ ਜੇ ਕੋਈ ਚੰਦਨ ਨੂੰ ਘਸਾਈ ਜਾਵੇ, ਰਗੜੀ ਜਾਵੇ, ਤੇ ਸਤਿਗੁਰੂ ਕਹਿੰਦੇ ਫਿਰ ਉਹਦੇ ਵਿੱਚੋਂ ਵੀ ਅਗਨੀ ਨਿਕਲ ਆਉਂਦੀ ਹੈ। ਦਾਰੁਨ ਕੇਹਰ ਕੋਸ਼ਮ ਸ਼ੇਰੈ। ਹਾਂਜੀ, ਹਤਨ ਗਾਰ ਗਜ ਰਾਜ ਬਡੇਰੈ। ਸੋ ਗਰੀਬ ਨਵਾਜ ਕਹਿਣ ਲੱਗੇ ਵੀ ਜੇ ਵੱਡੇ ਹਾਥੀਆਂ ਨੂੰ ਮਹਾਰਾਜ ਕਹਿਣ ਲੱਗੇ ਸ਼ੇਰ ਤੰਗ ਕਰਨ, ਤੇ ਉਹਨਾਂ ਵਿੱਚ ਵੀ ਫਿਰ ਜੰਗ ਹੋ ਜਾਂਦੀ ਹੈ। ਕਿਆ ਤੂੰ ਅਹੈ ਕੁਰੰਗ ਮਨਿੰਦ। ਤੇ ਜੇ ਸ਼ੇਰਾਂ ਨੂੰ ਹਾਥੀਆਂ ਨੂੰ ਸ਼ੇਰ ਕੋਈ ਵੀ ਤੰਗ ਕਰੇ, ਤੇ ਸਤਿਗੁਰੂ ਕਹਿੰਦੇ ਉਹਨਾਂ ਵਿੱਚ ਫਿਰ ਜੰਗ ਹੋ ਜਾਂਦੀ। ਹਾਥੀ ਇਕੱਠੇ ਹੋ ਕੇ ਸ਼ੇਰ ਨੂੰ ਤੰਗ ਕਰਨ, ਤੇ ਸ਼ੇਰ ਨਹੀਂ ਫਿਰ ਬਖਸ਼ਦਾ। ਤੂੰ ਕੀ ਹੈ ਮਹਾਰਾਜ ਕਹਿਣ ਲੱਗੇ। ਗਰਜਨ ਸੁਨਤ ਭੁਲਾਵਹਿ ਬ੍ਰਿੰਦ। ਮਹਾਰਾਜ ਕਹਿਣ ਲੱਗੇ ਫਿਰ ਜਦੋਂ ਸ਼ੇਰ ਦਹਾੜਦਾ ਹੈ ਨਾ, ਫਿਰ ਸਾਰਿਆਂ ਨੂੰ ਭੱਜਣਾ ਪੈਂਦਾ ਹੈ। ਗਿਰੇ ਗਰਤ ਕਿਉਂ ਜਾਨ ਅਗਾਰੀ। ਤੇ ਕਿਉਂ ਮਹਾਰਾਜ ਕਹਿੰਦੇ ਤੂੰ ਜਾਣ ਬੁੱਝ ਕੇ ਇਹ ਕੰਮ ਕਰਨਾ ਚਾਹੁੰਦਾ ਹੈ। ਜਹ ਤੇ ਕੋਈ ਨਾ ਸਕੈ ਉਬਾਰੀ। ਤੂੰ ਉਹ ਸੰਕਟ ਚ ਪੈਣਾ ਜਿਹਦੇ ਤੋਂ ਤੈਨੂੰ ਫਿਰ ਕੋਈ ਬਚਾ ਨਹੀਂ ਸਕੇਗਾ। ਅਵਨੀ ਪਰੀ ਰਹਿ ਸਭ ਇਹਾ। ਵੇਖ ਲਈ ਤੂੰ ਮਰ ਜਾਏਗਾ, ਧਰਤੀ ਇੱਥੇ ਪਈ ਰਹੇਗੀ। ਹਾਂਜੀ, ਤੂੰ ਖੋਜਿਓ ਪੀ ਪਾਏ ਨਾ ਕਹਾ। ਤੂੰ ਲੱਭਿਆ ਵੀ ਨਹੀਂ ਲੱਭਣਾ। ਸਾਧ ਸੰਗਤ ਜੀ ਦਾਸ ਬੜੀ ਵਾਰੀ ਸ੍ਰੀ ਹਰਗੋਬਿੰਦਪੁਰ ਦਰਸ਼ਨ ਕਰਕੇ ਆਇਆ,
ਹੁਣ ਕਿੱਥੇ ਲੱਭਦਾ ਘੇਰੜਾ, ਨਾਮੋ ਨਿਸ਼ਾਨ ਨਹੀਂ ਹੈ ਉਹਦਾ। ਸਤਿਗੁਰੂ ਕਹਿੰਦੇ ਨਗਰ ਐਵੇਂ ਰਹਿਣਾ, ਤੂੰ ਲੱਭਿਆ ਵੀ ਨਹੀਂ ਲੱਭਣਾ। ਜਿਸ ਕੋ ਬਲ ਰਾਖੈ ਮਤ ਮੰਦੇ, ਤੇ ਮੂਰਖਾ ਜਿਹਦਾ ਤੂੰ ਮਾਣ ਰੱਖਦਾ ਹੈ ਨਾ, ਜਿਹਦੇ ਉੱਤੇ ਤੈਨੂੰ ਸ਼ਾਹਜਹਾਂ ਤੇ ਬੜਾ ਮਾਣ ਹੈ, ਸੋ ਇਸ ਥਲ ਤੇ ਦੂਰ ਬਿਲੰਦੇ। ਉਹ ਇੱਥੇ ਮੌਜੂਦ ਨਹੀਂ ਹੈ, ਉਹ ਤੇਰੇ ਤੋਂ ਬੜੀ ਦੂਰ ਹੈ। ਪਰ ਸਾਨੂੰ ਵਾਹਿਗੁਰੂ ਤੇ ਮਾਣ ਹੈ, ਉਹ ਇੱਥੇ ਹੈ। ਜੇ ਕਰ ਸੋ ਪੀ ਆਨ ਬਚਾਵੈ, ਜੇ ਤੈਨੂੰ ਸ਼ਾਹਜਹਾਂ ਵੀ ਆਵੇ ਬਚਾਉਣ ਵਾਸਤੇ, ਤੋਹੇ ਸੰਗ ਹਮ ਤਿਸ ਕੋ ਘਾਵੈ। ਤੇਰੇ ਨਾਲ ਫਿਰ ਉਹ ਵੀ ਮਰੇਗਾ, ਕਹਿਣ ਲੱਗੇ। ਹਾਂਜੀ, ਕਿਤ ਭੂਲਿਓ ਬੋਲਤ ਕੂੜਿਆਰੇ, ਕਿਉਂ ਭੁੱਲ ਕੇ ਇੰਜ ਮਾੜਾ ਬੋਲ ਰਿਹਾ ਹੈ। ਗਮਨੋ ਘਰ ਲਿਓ ਪ੍ਰਾਨ ਉਬਾਰੇ। ਜਾ, ਤੈਨੂੰ ਬਖਸ਼ਦੇ ਆ, ਆਪਣੇ ਘਰ ਚਲੇ ਜਾ, ਆਪਣੀ ਜਾਨ ਬਚਾ ਲੈ। ਇਮ ਸਤਿਗੁਰ ਸਮਝਾਵਤ ਸਿਆਨੇ, ਇਸ ਤਰੀਕੇ ਨਾਲ ਸਤਿਗੁਰੂ ਉਹਨੂੰ ਸਮਝਾਉਂਦੇ ਹਨ। ਸ਼ਿਮਾ ਧਰੀ ਹੋਏ ਨਾ ਕਿ ਮਹਾਨੇ, ਤੇ ਸਤਿਗੁਰਾਂ ਨੇ ਮੁਆਫੀ ਰੱਖੀ ਦੀ ਅਜੇ ਵੀ ਕੋਈ ਗੱਲ ਨਹੀਂ, ਤਉ ਮੂੜ ਕੀ ਮ੍ਰਿਤ ਨੇਰਾਈ। ਪਰ ਫਿਰ ਵੀ ਹੁਣ ਉਸ ਮੂਰਖ ਦੀ ਮੌਤ ਨੇੜੇ ਆ ਗਈ ਹੈ। ਨੈ ਸਮਝਿਓ ਮਤ ਦੇਵ ਭੁਲਾਈ। ਬਸ ਉਹਨੂੰ ਰੱਬ ਨੇ ਹੀ ਭੁਲਾਤਾ। ਜਿਹਦੀ ਮਤ ਰੱਬ ਮਾਰ ਦਵੇ ਫਿਰ ਉਹ ਸਮਝਾਇਆ ਸਮਝਦਾ ਨਹੀਂ ਹੈ। ਸੋ ਇਹ ਅੱਜ ਦਾ ਪ੍ਰਸੰਗ ਹੈ। ਅੱਗੇ ਕਥਾ ਪ੍ਰਸੰਗ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਾਡੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਆਗਮਨ ਗੁਰਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੁਸ਼ਟ ਕੇ ਰੜਦਾ ਕੀ ਬਣਦਾ, ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। 2 ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ। ਤਉ ਮੂੜ ਕੀ ਮ੍ਰਿਤ ਨੇਰਾਈ, ਨਹਿ ਸਮਝਿਓ ਮਤ ਦੇਵ ਭੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।